ਤੇਰੇ ਕਵਨ ਕਵਨ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਨ ਸਕੂੰ, ਤਿਨ ਸਤਿਗੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਨਾਹੋ ਜਪੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਰਸੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਕਲਿਆਣ ਮਹਿਲਾ ਚੌਥਾ। ਹਮਰੀ ਚਿਤ ਬਨੀ ਹਰ ਪ੍ਰਭ ਜਾਨੈ, ਔਰ ਕੋਈ ਨਿੰਦ ਕਰੈ ਹਰ ਜਨ ਕੀ। ਪ੍ਰਭ ਤਾਕਾ ਕਹਿਆ ਇਕ ਤਿਲ ਨਹੀਂ ਮਾਨੈ, ਹਮਰੀ ਚਿਤ ਬਨੀ ਹਰ ਪ੍ਰਭ ਜਾਨੈ, ਔਰ ਕੋਈ ਨਿੰਦ ਕਰੈ ਹਰ ਜਨ ਕੀ। ਪ੍ਰਭ ਤਾਕਾ ਕਹਿਆ ਇਕ ਤਿਲ ਨਹੀਂ ਮਾਨੈ। ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ, ਜੋ ਸਭ ਤੇ ਊਚ ਠਾਕੁਰ ਭਗਵਾਨੈ। ਹਰ ਸੇਵਾ ਤੇ ਕਾਲ ਜੋ ਨਾ ਸਾਕੈ, ਚਰਨੀ ਆਏ ਪਵੈ ਹਰ ਜਾਨੈ। ਜਾ ਕਉ ਰਾਖ ਲੇ ਮੇਰਾ ਸੁਆਮੀ, ਤਾਕੋ ਸੁਮਤ ਦੇ ਪੈ ਕਾਨੈ। ਤਾਕੋ ਕੋਈ ਅਪਰ ਨਾ ਸਕੈ, ਤਾਕੋ ਕੋਈ ਅਪਰ ਨਾ ਸਾਕੈ। ਜਾ ਕੀ ਭਗਤ ਮੇਰਾ ਪ੍ਰਭ ਮਾਨੈ। ਹਰ ਕੇ ਚੋਜ ਵਿਡਾਣ ਦੇਖ ਜਨ, ਜੋ ਖੋਟਾ ਖਰਾ ਇਕ ਨਿਮਖ ਪਛਾਨੈ। ਤਾਤੇ ਜਨ ਕੋ ਆਨੰਦ ਭਇਆ ਹੈ, ਰਿਦ ਸੁਧ ਮਿਲੇ ਖੋਟੇ ਪਛੁਤਾਨੇ। ਤੁਮ ਹਰ ਦਾਤੇ ਸਮਰੱਥ ਸੁਆਮੀ, ਇਕ ਮੰਗੋ ਤੁਝ ਪਾਸੋਂ ਹਰ ਦਾਨੈ। ਜਨ ਨਾਨਕ ਕਉ ਹਰ ਕਿਰਪਾ ਕਰ ਦੀਜੈ, ਸਦ ਵਸੈ ਹਿਰਦੈ ਮੋਹਿ ਹਰ ਚਰਨੈ। ਜਨ ਨਾਨਕ ਕਉ ਹਰ ਕਿਰਪਾ ਕਰ ਦੀਜੈ, ਸਦ ਵਸੈ ਹਿਰਦੈ ਮੋਹਿ ਹਰ ਚਰਨੈ। ਸਾਹਿਬ ਕਮਾਲ ਦੋ ਜਹਾਨਾਂ ਦੇ ਵਾਲੀ ਸਾਹਿਬ ਸਤਿਗੁਰੂ ਚਵਰ ਛਤਰ ਤਥਾ ਵਕਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਆਰ ਤੇ ਅਦਬ ਦੇ ਨਾਲ ਜੁੜ ਮਿਲ ਬੈਠੇ ਹਾਂ। ਆਓ ਹਾਜ਼ਰੀ ਗੁਰੂ ਦਰ ਦੇ ਉੱਤੇ ਲਵਾਈਏ। ਜਿੱਥੇ ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਵੀ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਈਏ। ਪਰਮਾਤਮਾ ਦੀ ਉਸਤਤੀ ਫਿਰ ਹੋ ਸਕਦੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਰੀਰ ਵਿੱਚ ਸਾਵਧਾਨਤਾ, ਚਿੱਤ ਨੂੰ ਇਕਾਗਰ ਕਰਕੇ ਬੈਠਣਾ ਹੈ। ਆਓ ਦਸਵੇਂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਨੂੰ ਆਪਸ ਵਿੱਚ ਬੁਲੰਦ ਕਰੀਏ। ਪਿਆਰ ਤੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਕਥਾ। ਪੰਜਵਾਂ ਸ਼ਬਦ ਅੱਜ ਕਲਿਆਣ ਰਾਗ ਦਾ ਆਪਾਂ ਵਿਚਾਰਨਾ ਹੈ। 2 ਦਿਨ ਵਿੱਚ ਆਪ ਸੰਗਤਾਂ ਨੂੰ ਪਤਾ ਹੀ ਹੈ ਅਖੰਡ ਪਾਠ ਸਾਹਿਬ ਵਿੱਚ ਪ੍ਰਕਾਸ਼ ਸਨ। ਇਸ ਕਰਕੇ 2 ਦਿਨ ਕਥਾ ਦੀ ਹਾਜ਼ਰੀ ਨਹੀਂ ਭਰੀ ਗਈ। ਸੋ ਪਿਛਲੇ ਸ਼ਬਦ ਵਿੱਚ ਆਪਾਂ ਵਿਚਾਰਿਆ ਸੀ ਵੀ ਪਰਮਾਤਮਾ ਦਾ ਨਾਮ ਜਪਣਾ ਹੈ। ਉਹ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖੀ ਮਨ ਪਾਪਾਂ ਦਾ ਭਰਿਆ ਹੋਇਆ ਐਡਾ ਭਾਰੀ ਪੱਥਰ ਬਣ ਚੁੱਕਿਆ ਵੀ ਪਰਮਾਤਮਾ ਅੱਗੇ ਬੇਨਤੀ ਕਰਨੀ ਆ, ਆਪਣਾ ਨਾਮ ਦੇਹੋ ਪਾਤਸ਼ਾਹ ਜੀ ਤੇ ਇਸ ਪੱਥਰ ਨੂੰ ਉਤਾਰ ਲਓ। ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ, ਹਮ ਪਾਥਰ ਰੱਖ ਬੁੱਢਥਈ। ਬੁੱਢਥਈ ਦਾ ਅਰਥ ਹੈ ਡੁੱਬਦਾ ਜਾ ਰਿਹਾ। ਪਾਤਸ਼ਾਹ ਜੀ ਕਿਰਪਾ ਕਰਕੇ ਆ ਪੱਥਰ, ਹਿਰਦਾ ਰੂਪੀ ਪੱਥਰ ਜਿਹਦੇ ਵਿੱਚ ਪਾਪ ਹੀ ਪਾਪ ਭਰੇ ਜਾ ਰਹੇ ਨੇ, ਇਹਨੂੰ ਕਿਰਪਾ ਕਰਕੇ ਤੁਸੀਂ ਰੱਖ ਲਵੋ, ਤਾਰ ਲਵੋ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਅੱਜ ਦੇ ਸ਼ਬਦ ਵਿੱਚ ਕਿ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਕਿਵੇਂ ਧਿਆਉਣਾ। ਜਿਹੜੇ ਪਰਮਾਤਮਾ ਨੂੰ ਧਿਆਉਂਦੇ ਨੇ ਉਹਨਾਂ ਬਾਰੇ ਕੋਈ ਕੀ ਬੋਲਦਾ ਤੇ ਪਰਮਾਤਮਾ ਜੀ ਉਹਨਾਂ ਬਾਰੇ ਕੀ ਦੱਸ ਰਹੇ ਨੇ। ਇੱਕ ਗੱਲ ਸਮਝ ਲੈਣੀ ਚਾਹੀਦੀ ਆਪਾਂ ਨੂੰ। ਪਹਿਲੀ ਗੱਲ ਤਾਂ ਇਹੀ ਕਿ ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰੂ ਦੀ ਬਾਣੀ ਗੁਰੂ ਤੋਂ ਹੀ ਜਾਣੀ ਜਾਂਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ। ਕੋਈ ਭੇਦ ਨਹੀਂ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਏਕੋ ਨੇ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੇ। ਕੋਈ ਪਹਿਚਾਣ ਨਹੀਂ, ਇੱਕੋ ਹੋ ਚੁੱਕੇ ਨੇ। ਤੂੰ ਕਰਤਾ तू हुआ अब मुझ में रहा न हूँ, जब आपा पर का मिट गया जत देखो तत तू। बस वो परमात्मा ही आ हर पासे, हर थां उत्ते वो वस रहा है। अज भी पातशाह जी सानू समझा रहे ने, हमरी चितमणी हर प्रभ जानै। पातशाह जी कहते मनुख के अंदर ख्याल है, हमरी चित बनी। ਜਿਹੜਾ ਚਿੱਤ ਵਿੱਚ ਖਿਆਲ ਬਣ ਜਾਂਦਾ, ਚਾਹੇ ਚੰਗਾ ਹੈ ਚਾਹੇ ਮਾੜਾ ਹੈ। ਜਿਹੜਾ ਮਨ ਵਿੱਚ ਖਿਆਲ ਬਣ ਗਿਆ, ਪਾਤਸ਼ਾਹ ਜੀ ਕਹਿੰਦੇ ਜੇ ਸਰੀਰ ਦੇ ਤਲ ਉੱਤੇ ਕੀਤਾ ਨਹੀਂ, ਮਨ ਵਿੱਚ ਬਣਾ ਲਿਆ, ਕਹਿੰਦੇ ਉਹ ਤੇਰਾ ਕਰਮ ਬਣ ਗਿਆ। ਕੀਤਾ ਨਹੀਂ, ਉਹ ਤੇਰੇ ਸਰੀਰ ਦਾ ਕਾਰਨ ਵੀ ਤੂੰ ਕਰ ਕਿਉਂ ਨਹੀਂ ਸਕਿਆ। ਜੇ ਉਸਨੂੰ ਕਰ ਗਿਆ ਸਰੀਰ ਦੇ ਤਲ ਉੱਤੇ, ਤਾਂ ਫਿਰ ਦੁਨਿਆਵੀ ਕਾਨੂੰਨ ਬਣੇ ਹੋਏ ਨੇ, ਉਹਦੇ ਆਧਾਰ ਤੈਨੂੰ ਸਜ਼ਾ ਮਿਲੇਗੀ, ਇਨਸਾਫ ਹੋਵੇਗਾ। ਤੇ ਮਨ ਦੇ ਤਲ ਉੱਤੇ ਸੋਚਿਆ ਹੋਇਆ ਕਰਮ, ਉਹ ਤੇਰਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਦੋਂ ਤੇਰਾ ਨਵੇੜਾ ਹੋਣਾ, ਤੇਰਾ ਉੱਥੇ ਚੰਗੇ ਤੇ ਮਾੜੇ ਕਰਮ ਵਾਚੇ ਜਾਣੇ। ਕਰਮੀ ਆਪੋ ਆਪਣੀ
के नेड़े के दूर, आपो अपनी करनी, किसी दी नेड़े किसी दी दूर है। ये भी नाल है भी इत्थे देरता है, अंधेर नहीं। परमात्मा के दर उत्ते देरता है, अंधेर नहीं। किसी नूं कुछ समा पहलां कुछ समा बाद विच, वो परमात्मा की मर्जी। हमरी चित बनी हर प्रभ जाना है, हरी परमात्मा आप जानता है मनुख के अंदर दी, घट घट के अंतर की जाना है। इत्थे तां हर घट शरीर की परमात्मा जान रहा है। हरेक हिरदे घर में की चल रहा, ये मेरा मालक परमात्मा जी जान रहा है। और कोई निंद करे हर जन की, हर प्रभ ताका कहिया एक तिल नहीं माना है। कहते कोई हरि परमात्मा के जन भगत की निंदिया करता है, कोई होर जेड़े आप बाणी नाल नहीं जुड़े हुए, जिन्होंने बाणी की समझ नहीं, समझना चाहते नहीं। दोनों चीज़ां सानूं रखनियां पैणगियां, क्योंकि कईयां नूं बाणी का ज्ञान नहीं पर वो समझना चाहते नहीं। एक वो ने जिन्होंने बाणी का ज्ञान भी नहीं तो समझना भी नहीं चाहते। नहीं, अपने मन तल के उत्ते ही बिल्कुल ढीठ अवस्था दे विच खड़े ने, बिल्कुल ढीठताई भी ना बस हुण तां जे इधर नूं पिया ते पासा लैना ही नहीं, कोई कुछ मर्जी कर लवे, सवाल ही नहीं पैदा हुंदा भी मेरी गल नूं झुठला जावे कोई नहीं। फिर उत्थे पातशाह जी कहंदे भी मूर्ख है नाल ना दुखी है। उत्थे मूर्ख नाल गल ही नहीं करनी, मूर्ख झक मारीए तो झक्खा मार रहा अपनी अपनी गल ते ही खड़ा। पातशाह जी कहंदे इदां दा भी प्रवान नहीं। और कोई निंद करे हर जन की, पातशाह जी कहंदे होर कोई निंद करता है, निंदिया करता है। निंदिया का अर्थ समझ लीए सौखे शब्दों में। निंदिया कहा किस नूं जांदा, आम करके कह दिता जाता भी निंदिया हो गई जी, निंदिया ना ना, ये निंदिया नहीं। निंदिया पातशाह जी कहते निंदिया की है, बाणी दे विच भी दस्सिया बाखूबी। उदाहरण के तौर पर फुल नूं कंडा कह देना, ये फुल की निंदिया है। फुल नूं कंडा कह देना, फुल की निंदिया। कंडे नूं फुल कह देना, ये कंडे की झूठी वडियाई है। किसी बंदा कोई गलत काम करता होवे, बिल्कुल कोई लवे ना लाउंदा होवे, उसनूं डरदा होवे भी जे मेरे कोले खड़ गया आके भी पिंड वाले मैनूं भी कहणगे तूं भी इहदे नाल रल गया, ये तां इदां दा उदां दा। ते उत्थे वो गल एक वखरी है, पर ਉਹ ਮਨੁੱਖ ਹੁਣ ਇਹ ਗੱਲ ਕਹੀ ਜਾਵੇ ਨਹੀਂ ਜੀ ਇਹ ਤਾਂ ਬੜਾ ਭਗਤ ਬੰਦਾ, ਤੁਸੀਂ ਤਾਂ ਗਲਤ ਸੋਚਦੇ ਉਹਦੇ ਬਾਰੇ, ਤੁਹਾਨੂੰ ਕੀ ਪਤਾ ਵੀ ਇਹ ਕਿੱਦਾਂ ਦਾ। ਨਹੀਂ ਨਹੀਂ, ਉਹ ਹੈ ਹੀ ਗਲਤ, ਤਾਂ ਹੀ ਗਲਤ ਕਿਹਾ ਜਾ ਰਿਹਾ। ਕੋਈ ਉਸ ਦੀ ਝੂਠੀ ਵਡਿਆਈ ਕਰੀ ਜਾਵੇ ਨਾ ਨਾ, ਉਹ ਵਡਿਆਈ ਉਹਦੀ ਝੂਠੀ ਹੋਊਗੀ। ਗਲਤੀਆਂ ਕਰਨ ਵਾਲੇ ਇਨਸਾਨ ਦੀਆਂ ਜਦੋਂ ਗਲਤੀਆਂ ਛੁਪਾਈਆਂ ਜਾਂਦੀਆਂ ਨੇ, ਫਿਰ ਉਹ ਜ਼ਿਆਦਾ ਖਤਰਨਾਕ ਹੁੰਦਾ ਜਾਂਦਾ, ਦਿਨ ਭਰ ਦਿਨ ਵਿਗੜਦਾ ਜਾਂਦਾ। ਝੂਠੀ ਉਸਤਤ ਵੀ ਮਾੜੀ ਆ ਤੇ ਨਿੰਦਿਆ ਵੀ ਮਾੜੀ ਆ। ਇੱਥੇ ਝੂਠੀ ਉਸਤਤ ਤੋਂ ਵੀ ਬਚਣਾ ਤੇ ਨਿੰਦਿਆ ਤੋਂ ਵੀ ਬਚਣਾ, ਇੱਥੇ ਦੋਨਾਂ ਨੂੰ ਤਿਆਗਣਾ ਹੈ। ਉਸਤਤ ਨਿੰਦਿਆ ਦੋ ਤਿਆਗ ਹੈ, ਦੋਨਾਂ ਨੂੰ ਤਿਆਗ ਦੇਣਾ ਹੈ। ਨਾ ਉਸਤਤ ਮਨ ਵਿੱਚ ਝੂਠੀ ਕਿਸੇ ਦੀ ਕਰਨੀ, ਵਡਿਆਈ ਲਾਉਣੀ ਕਿਸੇ ਦੀ ਵੀ, ਕੋਈ ਸ਼ਾਬਾਸ਼ ਦੇਵੇਗਾ, ਕੋਈ ਸਾਨੂੰ ਨੌਕਰੀਆਂ ਦੇ ਦੇਵੇਗਾ, ਕੋਈ ਸਾਨੂੰ ਸਾਡੇ ਫਾਰਮ ਭਰ ਦੇਵੇਗਾ, ਨਾ ਨਾ, ਸਾਨੂੰ ਕੋਈ ਜ਼ਰੂਰਤ ਨਹੀਂ। ਝੂਠੀ ਨਿੰਦਿਆ ਕਿਸੇ ਦੀ ਨਹੀਂ ਕਰਨੀ। ਨਿੰਦਿਆ ਇੱਕ ਹੋਰ ਉਦਾਹਰਨ, ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ, ਇਹਨੂੰ ਵੀ ਨਿੰਦਿਆ ਕਿਹਾ ਜਾਂਦਾ। ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਵਾਧੂ ਦੀ ਬਦਨਾਮੀ ਕਰੀ ਜਾਣਾ, ਇਹ ਵੀ ਨਿੰਦਿਆ ਹੈ। ਪਾਤਸ਼ਾਹ ਜੀ ਕਹਿੰਦੇ ਇਹ ਵੀ ਨਹੀਂ ਕਰਨੀ। ਔਰ ਕੋਈ ਨਿੰਦ ਕਰੇ ਹਰ ਜਨ ਕੀ, ਪ੍ਰਭ ਤਾਕਾ ਕਹਿਆ ਇੱਕ ਤਿਲ ਨਹੀਂ ਮਾਨੈ। ਪਰਮਾਤਮਾ ਉਹਨਾਂ ਦਾ ਕਿਹਾ ਹੋਇਆ ਤਿਲ ਜਿੰਨਾ ਵੀ ਭਰੋਸਾ ਨਹੀਂ, ਉਹਨਾਂ ਦੇ ਬਚਨਾਂ ਦੀ ਤਿਲ ਜਿੰਨੀ ਕਦਰ ਨਹੀਂ। ਜਿਹੜੇ ਸਿਰਫ ਬਹਿ ਕੇ ਪਰਮਾਤਮਾ ਦੇ ਦਰ ਦੀਆਂ ਗੱਲਾਂ ਕਰਦੇ ਕਰਦੇ ਨਿੰਦਾ ਕਰਨ ਲੱਗ ਜਾਣ, ਉਹਨਾਂ ਨੂੰ ਪਾਤਸ਼ਾਹ ਜੀ ਕਹਿੰਦੇ ਕੋਈ ਥਾਂ ਨਹੀਂ। ਉਹਨਾਂ ਦਾ ਬੋਲਿਆ ਹੋਇਆ ਸਫਲ ਨਹੀਂ, ਅਸਫਲ ਹੈ, ਉਹ ਪ੍ਰਵਾਨ ਨਹੀਂ। ਗੁਰੂ ਦੀ ਹਜ਼ੂਰੀ ਬਹਿ ਕੇ ਕਿਸੇ ਬੰਦੇ ਦੀਆਂ ਉਸਤਤਾਂ ਕਰੀ ਜਾਣੀਆਂ, ਇਹ ਵੀ ਨਿੰਦਿਆ ਹੈ।
ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਕਿਸੇ ਝੂਠੇ ਬੰਦੇ ਦੀਆਂ ਉਸਤਤਾਂ ਕਰੀ ਜਾਣੀਆਂ, ਇਹ ਵੀ ਨਿੰਦਿਆ ਹੈ। ਨਾ ਇੱਥੇ ਨਾ ਨਿੰਦਿਆ ਹੈ ਨਾ ਉਸਤਤ ਹੈ। ਸਾਂਝੇ ਤੌਰ 'ਤੇ ਅਸੀਂ ਸਾਰੇ ਇਕੱਠੇ ਹੋ ਕੇ ਅਰਦਾਸ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ। ਇੱਥੇ ਨਿੰਦਿਆ ਤੇ ਉਸਤਤ ਦੀ ਕੋਈ ਗੱਲ ਹੀ ਨਾ ਹੀ ਝੂਠੀ ਨਿੰਦਿਆ ਤੇ ਨਾ ਹੀ ਝੂਠੀ ਵਡਿਆਈ, ਕਿਸੇ ਦੀ ਵੀ ਨਹੀਂ ਕਰਨੀ। ਪਰਮਾਤਮਾ ਨੂੰ ਤਾਂ ਭਾਉਂਦੀ ਬਿਲਕੁਲ ਨਹੀਂ, ਉਹ ਆਪਾਂ ਪੜ੍ਹ ਲਿਆ ਸਮਝ ਲਿਆ। ਪ੍ਰਭ ਤਾਤਾ ਕਹਿਆ ਇੱਕ ਤਿਲ ਨਹੀਂ ਮੰਨੇ, ਤਿਲ ਜਿੰਨਾ ਵੀ ਪਰਮਾਤਮਾ ਕਿਸੇ ਦਾ ਬੋਲ ਕਿਹਾ ਹੋਇਆ ਮੰਨਦਾ, ਉਹ ਅਜਾਈਂ ਬੋਲ ਰਿਹਾ, ਅਜਾਈਂ ਬੋਲ ਰਿਹਾ ਹੈ। ਰਹਾਉ, ਇਹ ਰਹਾਉ ਦਾ ਮਨ ਸੀ। ਪਾਤਸ਼ਾਹ ਜੀ ਕਹਿੰਦੇ ਕਿਸੇ ਦੀ ਝੂਠੀ ਵਡਿਆਈ ਨਿੰਦਿਆ ਕਰਨੀ, ਪਰਮਾਤਮਾ ਇੱਕ ਤਿਲ ਜਿੰਨਾ ਵੀ ਉਹਦੇ ਬੋਲਾਂ ਉੱਤੇ ਰੀਝਦਾ ਨਹੀਂ। ਹਰੀ ਪਰਮਾਤਮਾ ਆਪਣੇ ਭਗਤਾਂ ਦੀ ਹਿਰਦੇ ਤੋਂ ਜਾਣਨ ਵਾਲਾ ਹੈ। ਹਿਰਦਾ ਸ਼ੁੱਧ ਹੈ ਤਾਂ ਤੂੰ ਪਰਮਾਤਮਾ ਦੇ ਦਰ ਉੱਤੇ ਹਰ ਨੂੰ ਮਿਲ ਸਕਦਾ ਹੈ। ਜੇ ਹਿਰਦਾ ਅਸ਼ੁੱਧ ਹੈ ਫਿਰ ਨਹੀਂ, ਹਿਰਦੇ ਵਿੱਚ ਕਪਟ ਹੈ ਫਿਰ ਨਹੀਂ। ਕਪਟ ਵਾਲੀ ਗੱਲ ਆਪਾਂ 2 ਰੋਜ਼ ਪਹਿਲਾਂ ਸਮਝ ਚੁੱਕੇ ਹਾਂ ਵੀ ਕਪਟ ਨਹੀਂ ਕਰਨਾ ਕਦੇ ਵੀ। ਜ਼ਿੰਦਗੀ ਵਿੱਚੋਂ ਕਪਟ, ਧੋਖਾ, ਛਲ, ਫਰੇਬ, ਠੱਗੀ ਇਹ ਤਿਆਗਣੀ ਹੈ। ਔਰ ਸਭ ਤਿਆਗ ਸੇਵਾ ਕਰ ਅਚੁੱਤ, ਜੋ ਸਭ ਤੇ ਊਚ ਠਾਕੁਰ ਭਗਵਾਨੈ। ਪਾਤਸ਼ਾਹ ਜੀ ਅਗਲੇ ਸ਼ਬਦਾਂ ਵਿੱਚ ਕਹਿੰਦੇ ਔਰ ਸਭ ਤਿਆਗ, ਔਰ ਦਾ ਅਰਥ ਹੈ ਹੋਰ। ਜ਼ਿੰਦਗੀ ਵਿੱਚ ਹੋਰ, ਪਰਮਾਤਮਾ ਤੋਂ ਬਿਨਾਂ ਹੋਰ। ਪਾਤਸ਼ਾਹ ਜੀ ਕਹਿੰਦੇ ਸਭ ਕੁਝ ਤਿਆਗ ਦੇ। ਔਰ ਸਭ ਤਿਆਗ ਸੇਵਾ ਕਰ ਅਚੁੱਤ, ਅਚੁੱਤ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਹਿੰਦੇ ਉਸ ਦੀ ਤੂੰ ਸੇਵਾ ਕਰਿਆ ਕਰ। ਸੇਵਾ ਕਰ ਉਸ ਦੀ, ਆਰਾਧਨਾ ਕਰ ਉਸ ਦੀ, ਭਗਤੀ ਕਰ ਉਸ ਨਾਮ ਦੀ ਜਿਸ ਨਾਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜੋ ਸਭ ਤੇ ਊਚ ਠਾਕੁਰ ਭਗਵਾਨੇ, ਜਿਹੜਾ ਸਾਰਿਆਂ ਤੋਂ ਉੱਚਾ ਠਾਕੁਰ ਭਗਵਾਨ ਹੈ, ਜਿਸ ਤੋਂ ਉੱਤੇ ਹੋਰ ਕੋਈ ਵੀ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੁਆ ਨਾ ਕੋ ਹੋਏ। ਇਹੀ ਸਭ ਤੋਂ ਸ੍ਰੇਸ਼ਟ ਗੁਣ ਹੈ ਪਰਮਾਤਮਾ ਜੀ ਦਾ। ਨਾ ਤਾਂ ਉਹਦੇ ਵਰਗਾ ਹੋਰ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ। ਇਹ ਸਭ ਤੋਂ ਸ੍ਰੇਸ਼ਟ ਗੁਣ ਹੈ ਮਾਲਕ ਜੀ ਦਾ। ਸਾਡੇ ਵਰਗੇ ਮਨੁੱਖ ਧਰਤੀ ਉੱਤੇ ਹਜ਼ਾਰਾਂ ਅਰਬਾਂ ਖਰਬਾਂ ਤੁਰੇ ਫਿਰਦੇ ਨੇ। ਜੀਵ ਜੰਤੂ ਇੱਕ ਦੂਜੇ ਵਰਗੇ ਬਹੁਤ ਤੁਰੇ ਫਿਰਦੇ ਨੇ। ਨਸਲ ਆਪਣਾ ਬੰਦਾ ਮਨੁੱਖ ਆਪਣੇ ਵਰਗਾ ਮਨੁੱਖ ਪੈਦਾ ਕਰ ਸਕਦਾ, ਆਪਣੀ ਜਾਤੀ ਵਰਗੇ ਹੋਰ ਜਾਤੀ ਦੇ ਮਨੁੱਖ ਪੈਦਾ ਹੋ ਸਕਦੇ ਨੇ, ਹੋ ਰਹੇ। ਜਾਨਵਰ ਆਪਣੀ ਜਾਤੀ ਨਸਲ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਦੀ ਕਿਰਿਆ ਹੈ। ਸਾਰਾ ਕੁਝ ਸਮਾਜ ਨੂੰ ਇੱਦਾਂ ਹੀ ਚੱਲਦੇ ਰਹਿਣਾ ਨਾ, ਸਮਾਜ ਦਾ ਕਾਰ ਵਿਹਾਰ ਹੈ। ਕਹਿੰਦੇ ਵਾ ਪਰਮਾਤਮਾ ਹੈ ਜਿਹੜਾ ਪਰਮਾਤਮਾ ਆਪਣੇ ਆਪ ਵਿੱਚ ਆਪ ਹੀ ਹੈ। ਸਹਿਭੰਗ, ਉਹ ਆਪਣੇ ਸੁੱਤੇ ਸਮੂਹ ਪ੍ਰਕਾਸ਼, ਆਪਣੇ ਆਪ ਤੋਂ ਪੈਦਾ ਹੋਇਆ ਪਰਮਾਤਮਾ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਪਰਮਾਤਮਾ ਨੇ 2 ਚੀਜ਼ਾਂ ਸਾਜੀਆਂ, ਇਹ ਤਾਂ ਰੱਖੋ। ਪਰਮਾਤਮਾ ਨੇ 2 ਚੀਜ਼ਾਂ ਸਾਜੀਆਂ, ਇੱਕ ਆਪਣਾ ਆਪ, ਦੂਜੀ ਸ੍ਰਿਸ਼ਟੀ, ਤੀਜੀ ਕੋਈ ਚੀਜ਼ ਨਹੀਂ। ਤੀਜੇ ਦਾ ਤਾਂ ਬਾਣੀ ਦੇ ਅੰਦਰ ਜ਼ਿਕਰ ਹੀ ਕੋਈ ਨਹੀਂ ਵੀ ਤੀਜਾ ਵੀ ਕੋਈ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜ ਕਰ ਆਸਣ ਡਿਠੋ ਚਾਓ। ਪਹਿਲਾਂ ਆਪਣਾ ਆਪ ਸਾਜਿਆ, ਫਿਰ ਦੂਜੇ ਨੰਬਰ 'ਤੇ ਸਾਜੀ ਕੁਦਰਤ, ਜਿਸ ਕੁਦਰਤ ਨੂੰ ਸਾਜ ਕੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਪਰਮਾਤਮਾ ਦੀ ਕੋਠੜੀ ਹੈ ਜਗਤ ਸੰਸਾਰ, ਤੇ ਇਹਦੇ ਵਿੱਚ ਹੀ ਪਰਮਾਤਮਾ ਰਹਿ ਰਹੇ ਆ। ਵੇਖੋ ਇਸ ਜਗਤ ਦੀ ਸੰਭਾਲ ਕੀਤੀ, ਚੇਤਾ ਰੱਖਿਓ ਇਸ ਜਗਤ ਨੂੰ ਸੰਭਾਲਿਆ ਬੜੇ ਸੋਹਣੇ ਤਰੀਕੇ ਨਾਲ। ਸਾਰਾ ਕੁਛ ਪਰਮਾਤਮਾ ਦੇ ਭੈ ਅੰਦਰ ਹੈ, ਪਰ ਇਹਦੀ ਕਦਰ ਪਾਈ। ਇੱਕ ਚੀਜ਼ ਤਾਂ ਮੰਨ ਲਈਏ, ਇੱਕ ਚੀਜ਼ ਮੰਨੀ ਜਾ ਸਕਦੀ ਆ ਵੀ ਜਿਹੜੇ ਅੰਗਰੇਜ਼ ਗੋਰੇ ਲੋਕ ਨੇ ਨਾ, ਉਹਨਾਂ ਨੇ ਕੁਦਰਤ ਦੀ ਸੰਭਾਲ ਕੀਤੀ ਹੈ। ਕੁਦਰਤ ਦੀ ਸੰਭਾਲ, ਹਫ਼ਤਾ ਹਫ਼ਤਾ ਕੰਮ ਕਰਨਾ ਉਹਨਾਂ ਨੇ, ਤੇ ਇੱਕ ਦਿਨ ਹਫ਼ਤੇ ਬਾਅਦ ਇੱਕ ਦਿਨ ਕੱਢ ਕੇ ਆਪਣੇ ਦੁਕਾਨ ਘਰ-ਬਾਰ ਸਭ ਬੰਦ ਕਰਕੇ ਉਹਨਾਂ ਨੇ ਹਿਲ ਸਟੇਸ਼ਨਾਂ ਉੱਪਰ ਘੁੰਮਣ ਚਲੇ ਜਾਣਾ। ਕਿੱਥੇ ਜਾਣਾ? ਜਿੱਥੇ ਸੋਹਣੀਆਂ ਪਹਾੜੀਆਂ ਨੇ ਦਿਖਦੀਆਂ, ਉਹਨਾਂ ਵਿੱਚੋਂ ਝਰਨਾ ਵਹਿੰਦਾ ਦਿਖਦਾ ਪਿਆ,
ਜਿੱਥੇ ਜਾ ਕੇ ਹੋਰ ਕੁਝ ਨਹੀਂ, ਪੰਛੀ ਉੜਦੇ ਪਏ ਨੇ, ਸੂਰਜ ਦੀ ਟਿੱਕੀ ਇੱਕ ਸਾਹਮਣੇ ਉਹ ਰੁੱਖ ਦੇ ਵਿੱਚੋਂ ਦਿਸਦੀ ਪਈਏ। ਇੰਨਾ ਸੁੰਦਰ ਮਾਹੌਲ ਬਣਿਆ, ਆਸੇ ਪਾਸੇ ਮੋਰ ਬੰਬੀਹੇ ਬੋਲ ਪਏ ਨੇ, ਸਾਰੇ ਚਹਿਚਹਾਟ ਹੈ, ਪੰਛੀਆਂ ਨੇ ਆਪਣੀ ਧੁਨ ਗਾਈ ਹੋਈ ਹੈ, ਪਰਿਵਾਰ ਆਪਣੀ ਧੁਨ ਵਿੱਚ ਮਸਤ ਹੈ, ਬੱਚੇ ਆਪਣੇ ਖੇਡ ਵਿੱਚ ਮਸਤ ਨੇ। ਉੱਥੇ ਬੈਠੇ ਇਸ ਕੁਦਰਤ ਦੇ ਨਜ਼ਾਰੇ ਨੂੰ ਵੇਖਦੇ ਪਏ ਨੇ, ਤਾਂ ਕਿ ਇੱਕ ਦਿਨ ਦੇ ਲਈ ਆਪਣੇ ਕੰਮਾਂ ਕਾਰਾਂ ਵਿੱਚੋਂ ਮਨੁੱਖ ਆਪਣੇ ਮਨ ਨੂੰ ਕੱਢ ਕੇ ਇੱਕ ਸੁਤੰਤਰ ਰੱਖ ਸਕੇ, ਅਮਨ ਸ਼ਾਂਤੀ ਦੇ ਵਿੱਚ ਬਹਿ ਸਕੇ, ਆਪਣੇ ਪਰਿਵਾਰ ਦੇ ਨਾਲ ਬਹਿ ਸਕੇ, ਕੁਦਰਤ ਨੂੰ ਸੰਭਾਲਿਆ। ਕੋਈ ਸ਼ੱਕ ਨਹੀਂ, ਜਿੱਥੇ ਜਿੱਥੇ ਜਾ ਕੇ ਲੋਕ ਬਹੁਤਾਤ ਦੇ ਵਿੱਚ ਬਹਿੰਦੇ ਨੇ, ਕਿਤੇ ਪਾਰਕਾਂ ਬਣਾ ਦਿੱਤੀਆਂ, ਕਿਤੇ ਕੋਈ ਹੋਰ ਇੱਦਾਂ ਦੇ ਘੁੰਮਣ ਨੂੰ, ਬੱਚਿਆਂ ਦੇ ਫਿਰਨ ਨੂੰ ਕੁਝ ਬਣਾ ਦਿੱਤਾ, ਜਿੱਥੇ ਜਾ ਕੇ ਬੱਚੇ ਵੀ ਖੇਡ ਸਕਦੇ ਨੇ, ਇਕੱਠੇ ਬੈਠ ਸਕਦੇ ਨੇ। ਤੇ ਪਰ ਇਕੱਲਾ ਇੱਥੇ ਨਹੀਂ ਰੁਕਿਆ, ਉਹ ਲੋਕ ਇੱਥੇ ਰੁਕ ਗਏ, ਪਰ ਸਿੱਖਾ ਵੇਖ ਤੈਨੂੰ ਕਿੱਡਾ ਮਾਣ ਦਿੱਤਾ ਗੁਰੂ ਨੇ, ਕਿੱਡੀ ਤੇਰੇ ਤੇ ਬਖਸ਼ਿਸ਼ ਕੀਤੀ ਵੀ ਤੂੰ ਇਸ ਕੁਦਰਤ ਦੀ ਸੰਭਾਲ ਤਾਂ ਕਰਨੀ ਹੈ। ਜਗ ਸੱਚੇ ਕੀ ਹੈ ਕੋਠੜੀ, ਤੂੰ ਇੱਥੇ ਨਹੀਂ ਰੁਕ ਜਾਣਾ, ਤੂੰ ਅੱਗੇ ਜਾਣਾ, ਵਿੱਚ ਸੱਚੇ ਕਾ ਵਿਸ਼ਵਾਸ, ਤੂੰ ਸੱਚੇ ਕੇ ਵਾਸ ਤੱਕ ਪਹੁੰਚਣਾ, ਵੀ ਇਹਦੇ ਵਿੱਚ ਪਰਮਾਤਮਾ ਵਸ ਰਿਹਾ ਹੈ। ਫਰੀਦਾ ਖਲਕ ਮੈਂ ਖਾਲਕ ਵਸੈ ਰੱਬ ਮਾਹੇ, ਪਰਮਾਤਮਾ ਜੀ, ਫਰੀਦ ਜੀ ਕਹਿੰਦੇ ਫਰੀਦਾ ਇਸ ਧਰਤੀ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਹੀ ਇਸ ਨੂੰ ਬਣਾਉਣ ਵਾਲਾ ਪਰਮਾਤਮਾ ਵਸ ਰਿਹਾ ਹੈ, ਤੇ ਇਹ ਖਲਕਤ ਰੱਬ ਦੇ ਵਿੱਚ ਵਸ ਰਹੀ ਆ। ਦੇਖੋ ਕਿੰਨਾ ਮੇਲ ਹੈ, ਖਲਕਤ ਨੂੰ ਬਣਾਉਣ ਵਾਲਾ, ਖਲਕਤ ਆਪ ਖਲਕਤ ਦੇ ਵਿੱਚ ਵਸ ਰਿਹਾ, ਖਾਲਕ ਇਸ ਨੂੰ ਬਣਾਉਣ ਵਾਲਾ, ਤੇ ਸ੍ਰਿਸ਼ਟੀ ਉਸ ਪਰਮਾਤਮਾ ਵਿੱਚ ਵਸ ਰਹੀ ਹੈ। ਅਭੇਦ ਕੋਈ ਨਹੀਂ, ਫੁੱਲ ਵਿੱਚ ਖੁਸ਼ਬੂ ਵਸਦੀ ਹੈ ਜਾਂ ਖੁਸ਼ਬੂ ਫੁੱਲ ਵਿੱਚ ਵਸਦੀ ਹੈ, ਗੱਲ ਤਾਂ ਇੱਕੋ ਹੀ ਹੈ ਨਾ, ਫਰਕ ਕੋਈ ਨਹੀਂ, ਫਰਕ ਕੋਈ ਨਹੀਂ, ਅਸੀਂ ਪਹਿਚਾਨੇ ਨਹੀਂ। ਪਾਤਸ਼ਾਹ ਜੀ ਕਹਿੰਦੇ ਬਸ ਇਸ ਤਰ੍ਹਾਂ ਉਹ ਪਰਮਾਤਮਾ ਆਪ ਹੀ ਆਪ ਹੈ, ਊਚ ਹੈ, ਉਹ ਉੱਚਾ ਹੈ, ਸਭ ਤੋਂ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਉਹ ਪਰਮਾਤਮਾ ਏਡਾ ਉੱਚਾ ਹੈ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ, ਉਹ ਬਹੁਤ ਵੱਡਾ ਹੈ, ਉਹਦਾ ਰੁਤਬਾ ਉੱਚਾ ਹੈ, ਉਹਦੇ ਰੁਤਬੇ ਦੇ ਬਰਾਬਰ ਹੋਰ ਕੋਈ ਰੁਤਬਾ ਨਹੀਂ। ਕਾਰਨ ਉਸ ਪਰਮਾਤਮਾ ਜੀ ਦੇ ਲੜ ਲੱਗ, ਔਰ ਤੈਨੂੰ ਇਹ ਚੇਤਾ ਰੱਖਣਾ ਪਵੇਗਾ, ਔਰ ਸਭ ਤਿਆਗ, ਔਰ ਦਾ ਅਰਥ ਹੈ ਹੋਰ, ਸਭ ਦਾ ਅਰਥ ਹੈ ਸਭ ਕੁਝ, ਤਿਆਗ ਦਾ ਅਰਥ ਹੈ ਛੱਡਣਾ। ਹੋਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹੋਰ ਤੈਨੂੰ ਸਭ ਕੁਝ ਛੱਡਣਾ ਪਊ। ਪੁੱਤ ਜਿੰਨਾ ਜ਼ਿੰਦਗੀ ਵਿੱਚ ਤੂੰ ਕਰਮ ਕਰਦਾ ਨਾ ਧਰਮ ਦੇ ਨਾਂ ਤੇ, ਤੈਨੂੰ ਸਾਰੇ ਛੱਡਣੇ ਪੈਣਗੇ, ਬਿਲਕੁਲ ਸਾਰੇ ਛੱਡਣੇ ਪੈਣਗੇ। ਜਿੰਨੇ ਤੂੰ ਧਰਮ ਦੇ ਨਾਂ ਤੇ ਕਰਮ ਕਰਦਾ, ਕੋਈ ਕਹਿੰਦਾ ਕੁਝ ਕਰ ਲੈ, ਕੋਈ ਕਹਿੰਦਾ ਕੁਝ ਕਰ ਲੈ, ਇਹ ਤੈਨੂੰ ਤਿਆਗਣਾ ਪਵੇਗਾ। ਦੇਖ ਲੈ, ਫਿਰ ਤੂੰ ਦਰ ਤੇ ਪ੍ਰਵਾਨ ਹੈ, ਫਿਰ ਤੇਰੀ ਸੇਵਾ ਕੀਤੀ ਸਫਲ ਹੈ। ਇੱਦਾਂ ਨਹੀਂ, ਤਾਂ ਸੇਵਾ ਕੀਤੀ ਸਫਲ ਹੈ ਸਤਿਗੁਰ ਕਾ ਮਨ ਮੰਨੈ। ਇੱਥੇ ਤਾਂ ਜਦੋਂ ਸਤਿਗੁਰੂ ਦਾ ਮਨ ਮੰਨੇਗਾ ਨਾ, ਜਿਸ ਸੇਵਾ ਉੱਤੇ ਰੀਝੇਗਾ, ਉਹ ਸੇਵਾ ਪ੍ਰਵਾਨ ਹੈ। ਸੇਵਾ ਕਰਨ ਨੂੰ ਤਾਂ ਸਾਰੀ ਦੁਨੀਆ ਕਰੀ ਜਾ ਰਹੀ ਹੈ, ਸੇਵਾ ਕਰਨ ਨੂੰ ਕੋਈ ਥੋੜ੍ਹੀ ਵੀ ਕੋਈ ਕਰ ਨਹੀਂ ਰਿਹਾ, ਨਾ ਜੀ, ਸਾਰੀ ਦੁਨੀਆ ਸੇਵਾ ਕਰ ਰਹੀ ਆ, ਕਿਸੇ ਨਾ ਕਿਸੇ ਤਰੀਕੇ ਵਿੱਚ। ਦੇਖੋ ਕਿੱਥੇ ਕਿੱਥੇ ਕਿਵੇਂ, ਪਰ ਨਾ ਸੇਵਾ, ਤੇਰੀ ਸੇਵਾ ਦੇ ਪਿੱਛੇ ਭਾਵਨਾ ਕੀ ਹੈ ਇਹ ਦੇਖਿਆ ਜਾਵੇਗਾ। ਇਹ ਨਹੀਂ ਵੀ ਤੂੰ ਕਹੀ ਜਾਵੇਂ ਵੀ ਮੇਰਾ ਬਾਹਰਲਾ ਵੀਜ਼ਾ ਲੱਗ ਜਾਵੇ, ਮੈਂ ਤੇਰੇ ਗੁਰਦੁਆਰੇ ਨਿੱਤ ਝਾੜੂ ਮਾਰੂ, ਇਹ ਤਾਂ ਸੌਦੇਬਾਜ਼ੀ ਹੋ ਗਈ ਨਾ, ਇਹ ਸੇਵਾ ਥੋੜ੍ਹੀ ਆ। ਮੈਂ ਲੰਗਰਾਂ ਤੇ ਬੈਠੀ ਕੋਈ ਭੈਣ ਹੋਵੇ ਵੀ ਤਦੀ ਵੀ ਮੈਂ ਪਾਸ ਹੋ ਜਾਵਾਂ, ਰਿਜ਼ਲਟ ਮੇਰਾ ਪਾਸ ਵਿੱਚ ਆ ਜਾਵੇ, ਮੈਂ ਤੇਰੇ ਲੋਹਾਂ ਤੇ ਰੋਜ਼ ਲੰਗਰ ਪਕਾਉਂਗੀ, ਨਾ ਪਾਤਸ਼ਾਹ ਜੀ ਕਹਿੰਦੇ ਇਹ ਵੀ ਪ੍ਰਵਾਨ ਨਹੀਂ, ਇਹ ਵੀ ਪ੍ਰਵਾਨ ਨਹੀਂ। ਸੇਵਾ ਕਰਨੀ ਸਿੱਖ ਲੈ। ਸੇਵਾ ਕਰਨੀ ਹੈ ਬਿਲਕੁਲ ਨਿਹਕਾਮੀ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰ। ਉਹ ਤਾਂ ਮਾਲਕ ਦਿੰਦਾ ਦੇ ਹੈ, ਉਹ ਤਾਂ ਦੇ ਰਿਹਾ, ਤੂੰ ਮੰਗ ਕੀ ਰਿਹਾ? ਸੋਚਿਆ ਕਰ ਜਰਾ, ਤੂੰ ਮੰਗ ਕੀ ਰਿਹਾ? ਇਹਨੂੰ ਧਿਆਨ ਵਿੱਚ ਰੱਖਿਆ ਕਰ। ਮੰਗ ਨੂੰ ਮੰਗਿਆ ਤੂੰ ਕਦੇ? ਰੋਜ਼ ਤਾਂ ਵੈਸੇ ਮੰਗਦੇ ਆ, ਪਰ ਸਾਡੇ ਕਦੇ ਖਿਆਲ ਵਿੱਚ ਹੀ ਨਹੀਂ ਆਇਆ ਨਾ। ਮੰਗਦੇ ਆ ਸਿੱਖਾਂ ਨੂੰ, ਸਿੱਖੀ ਦਾਨ ਕਦੇ ਮੰਗਿਆ? ਸਿੱਖੀ ਤਾਂ ਤੇਰੇ ਵਿੱਚ ਆਈ, ਮੰਗਿਆ ਕੇਸ ਦਾਨ,
ਹਜੇ ਵੀ ਨਹੀਂ, ਕੇਸ ਕਟਾਉਣੋਂ ਤਾਂ ਹਲੇ ਵੀ ਨਹੀਂ ਹਟੇ। ਹਾਲੇ ਵੀ ਚਾਹੁੰਦੇ ਆ ਵੀ ਸਾਡਾ ਜਿਹੜਾ ਬਿਊਟੀ ਪਾਰਲਰ ਤੇ ਜਾਣਾ ਕਿਉਂ ਨਹੀਂ ਬੰਦ ਹੋਇਆ। ਸਿੱਖੀ ਕੇਸਦਾਨ ਮੰਗਦੇ ਆ ਪਰ ਮੰਨਿਆ ਨਹੀਂ, ਹਜੇ ਆਇਆ ਹੀ ਨਹੀਂ ਮਨ ਵਿੱਚ, ਕਿਉਂਕਿ ਮੰਗਿਆ ਨਹੀਂ, ਬੋਲਿਆ ਇਕੱਲਾ, ਮੁੱਖ ਤੋਂ ਬੋਲੀ ਜਾ ਰਹੇ ਆ। ਬੋਲਣ ਨਾਲ ਕੀ ਹੋਵੇਗਾ? ਨਾ ਜਿੰਨਾ ਚਿਰ ਅੰਦਰੋਂ ਨਹੀਂ ਨਾ ਮੰਗਦੇ ਉਹਨਾਂ ਚਿਰ ਨਹੀਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਮੰਗਿਆ ਵੀ ਸਿੱਖੀ ਤੇ ਕੇਸਾਂ ਸੰਗ ਨਿਭ ਜਾਵੇ, ਕਦੇ ਨਹੀਂ ਮੰਗਿਆ। ਇਹ ਰਹਿਤ ਇਹੀ ਹੈ ਨਾ ਵੀ ਸਿੱਖੀ ਤੇ ਕੇਸਾਂ ਦੀ ਰਹਿਤ ਪੂਰੀ ਰੱਖ ਸਕਾਂ ਮੈਂ। ਇਹ ਦਾਨ ਮੰਗਣਾ ਸੀ, ਮੰਗਿਆ ਭਰੋਸਾ ਦਾਨ ਵੀ ਪਰਮਾਤਮਾ ਜੀ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਮੈਨੂੰ ਤੇਰੇ ਤੇ ਭਰੋਸਾ ਹੈ, ਸਿਰਫ ਤੇਰੇ ਤੇ। ਮਨੁੱਖ ਸਾਰੇ ਪਾਸਿਓਂ ਹਾਰ ਜਾਂਦਾ, ਜ਼ਿੰਦਗੀ ਦੀ ਲੜਾਈ ਲੜਦਾ ਸਾਰੇ ਪਾਸਿਓਂ ਹਾਰ ਜਾਂਦਾ। ਅੱਕ ਕੇ ਨਾ, ਥੱਕ ਹਾਰ ਕੇ ਜਦੋਂ ਸਭ ਵਕੀਲਾਂ ਜੱਜਾਂ ਨੂੰ ਮਿਲ ਕੇ ਵੇਖ ਲੈਂਦਾ, ਇੱਕ ਵਕੀਲ ਕੋਈ ਇੱਦਾਂ ਦਾ ਮਿਲ ਜਾਂਦਾ, ਉਹਨੂੰ ਕਹਿ ਦਿੰਦਾ ਵੀ ਹੁਣ ਬਸ ਤੇਰੀ ਤੇ ਮੈਨੂੰ ਭਰੋਸਾ, ਹੁਣ ਮੇਰਾ ਹੋਰ ਭਰੋਸਾ ਕੋਈ ਨਹੀਂ। ਬੰਦਾ ਘਰੇ ਮਰਦਾ ਪਿਆ ਹੁੰਦਾ, ਤੜਫਦਾ ਹੁੰਦਾ ਬਿਮਾਰੀ ਨਾਲ, ਜਦੋਂ ਚੁੱਕ ਕੇ ਡਾਕਟਰ ਕੋਲੇ ਰੱਖ ਦਿੱਤਾ, ਉਦੋਂ ਸਾਰਾ ਪਰਿਵਾਰ ਡਾਕਟਰ ਉੱਤੇ ਭਰੋਸਾ ਰੱਖ ਕੇ ਉਹਨੂੰ ਬੰਦਾ ਸੌਂਪ ਦਿੰਦਾ ਆਪਦਾ। ਡਾਕਟਰ ਉੱਤੇ ਭਰੋਸਾ ਰੱਖ ਕੇ ਵੀ ਇਹਨੂੰ ਠੀਕ ਕਰ ਦੂ, ਬੰਦਾ ਆਪਣਾ ਜਿਗਰ ਦਾ ਟੋਟਾ ਮਾਂ ਪੁੱਤ ਸੌਂਪ ਦਿੰਦੀ ਆ ਆਪਦਾ। ਇੱਕ ਪਤਨੀ ਘਰ ਵਾਲੇ ਨੂੰ, ਜੀਵਨ ਸਾਥੀ ਨੂੰ ਡਾਕਟਰ ਦੇ ਹਵਾਲੇ ਕਰ ਦਿੰਦੀ ਹੈ ਵੀ ਲੈ ਡਾਕਟਰ ਤੇਰੇ ਤੇ ਭਰੋਸਾ, ਤੂੰ ਇਹਨੂੰ ਕਤਲ ਨਹੀਂ ਕਰੇਗਾ, ਮਾਰੇਗਾ ਨਹੀਂ, ਤੂੰ ਇਹਨੂੰ ਜ਼ਿੰਦਗੀ ਦੇਵੇਂਗਾ, ਜੀਵਨ ਦੇਵੇਂਗਾ। ਕਦੇ ਉਸ ਮਾਲਕ ਉੱਤੇ ਭਰੋਸਾ ਹੀ ਨਹੀਂ ਆਇਆ ਸਾਡਾ ਇੰਨਾ ਵੀ ਪਾਤਸ਼ਾਹ ਤੇਰੇ ਤੇ ਭਰੋਸਾ। ਆ ਤੇਰਾ ਪੈਦਾ ਕੀਤਾ ਹੋਇਆ ਸਰੀਰ, ਹਾਡ ਮਾਸ ਨਾੜੀ ਕੋ ਪਿੰਜਰ, ਆ ਤੇਰੇ ਦਰ ਤੇ ਖੜਾ ਪਾਤਸ਼ਾਹ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਇਹਦਾ ਕੋਈ ਵਾਲੀ ਨਹੀਂ, ਇਹਦੇ ਨਾਲ ਹੋਰ ਸਹਾਈ ਕਿਹਨੇ ਹੋਣਾ? ਕਿਹਨੇ ਸਹਾਈ ਹੋਣਾ? ਕਿਸੇ ਨੇ ਨਹੀਂ। ਉਹ ਮਾਲਕ ਹੀ ਐਸਾ ਹੈ ਜਿਹੜਾ ਇਹਦੇ ਨਾਲ ਸਹਾਈ ਹੋਣਾ। ਉਹ ਮਾਲਕ ਦਾ ਨਾਮ ਹੀ ਹੈ ਜਿਹੜਾ ਇਹਨੂੰ ਸੱਚ ਦੇ ਰਾਹੇ ਪਾ ਕੇ ਸੱਚ ਦੇ ਦਰ ਤੱਕ, ਅਸਲੀ ਮੰਜ਼ਿਲ ਤੱਕ ਪਹੁੰਚਾ ਦੇਵੇਗਾ। ਨਹੀਂ ਬਹੁਤੇ ਲੋਕ ਰਾਹਾਂ ਵਿੱਚ ਉਲਝ ਜਾਂਦੇ ਨੇ, ਮੰਜ਼ਿਲ ਤੱਕ ਪਹੁੰਚਦੇ ਨੇ। ਚੇਤਾ ਰੱਖਿਓ, ਰਾਹਾਂ ਵਿੱਚ ਉਲਝ ਜਾਂਦੇ ਨੇ, ਮੰਜ਼ਿਲ ਤੱਕ ਪਹੁੰਚਦੇ ਨਹੀਂ। ਪਾਤਸ਼ਾਹ ਜੀ ਕਹਿੰਦੇ ਤੈਂ ਮੰਜ਼ਿਲ ਤੱਕ ਪਹੁੰਚਣਾ। ਸਿੱਖਾ ਤੇਰੀ ਮੰਜ਼ਿਲ ਰਾਹ ਨਹੀਂ ਹੈਗੀ, ਨਾ ਭੁਲੇਖੇ ਵਿੱਚ ਨਾ ਰਹਿ ਗਈ, ਕਿਤੇ ਰਾਹਾਂ ਵਿੱਚ ਹੀ ਖੜ ਜਾਵੇਂ। ਰਾਹ ਤੇਰੀ ਮੰਜ਼ਿਲ ਨਹੀਂ ਨਾ, ਰਾਹ ਜਿਹੜੇ ਮਰਜ਼ੀ ਆ ਰਾਹ ਚੱਲ ਸੱਚ ਦੇ ਰਾਹ ਉੱਤੇ, ਪਰ ਤੁਰ ਕਿਸ ਮਰਜ਼ੀ ਰੋਡ ਤੋਂ, ਕਿਸ ਮਰਜ਼ੀ ਪਾਸੇ ਤੋਂ ਤੁਰ, ਤੇਰਾ ਨਿਸ਼ਾਨਾ ਤੇਰੀ ਮੰਜ਼ਿਲ ਹੋਣਾ ਚਾਹੀਦਾ। ਬਰਨਾਲੇ ਨੂੰ ਜਾਣਾ ਹੋਵੇ ਨਾ, ਬਰਨਾਲਾ ਮੰਜ਼ਿਲ ਹੋਵੇ ਬੰਦੇ ਦੀ ਮਿਤੀ ਹੋਈ ਜੀ, ਬਰਨਾਲੇ ਸਮਾਨ ਲੈਣ ਜਾਣਾ, ਆਪਾਂ ਜਾਂਦੇ ਹਾਂ। ਕੋਈ ਚੰਨਣਵਾਲ ਤੋਂ ਰੈਸਰ ਹੋ ਕੇ ਚਲਿਆ ਜਾਂਦਾ, ਕੋਈ ਕਲਾਲਾ ਹੋ ਕੇ ਚਲਿਆ ਜਾਂਦਾ, ਕੋਈ ਮਹਿਲ ਕਲਾ ਹੋ ਕੇ ਚਲਿਆ ਜਾਂਦਾ, ਕੋਈ ਗਹਿਲਾ ਹੋ ਕੇ ਜਾਣਾ ਤਾਂ ਮੰਜ਼ਿਲ ਤੇ ਹੀ ਹੈ ਨਾ। ਤੂੰ ਵੇਖ, ਆਪਣੇ ਮਨੁੱਖਾ ਜੀਵਨ ਤੋਂ ਪਰਮਾਤਮਾ ਰੂਪੀ ਮੰਜ਼ਿਲ ਤੱਕ ਪਹੁੰਚਣਾ ਹੈ। ਆਤਮਾ ਦਾ ਸਫ਼ਰ ਪਰਮਾਤਮਾ ਦੇ ਦਰ ਤੱਕ ਦਾ। ਹੁਣ ਤੂੰ ਵੇਖ ਲੈ, ਤੇਰਾ ਰਸਤਾ ਨੇੜਲਾ ਕਿੱਧਰ ਦੀ ਹੈ, ਇਹ ਤੂੰ ਵੇਖ ਲੈ, ਤੇਰਾ ਰਸਤਾ ਨੇੜਲਾ ਕਿੱਧਰ ਦੀ ਆ। ਫਿਰ ਛੇਤੀ ਪਹੁੰਚੇਗਾ, ਸਮਾਂ ਬਚੂਗਾ, ਨਾਲੇ ਭਟਕਣਾ ਨਹੀਂ ਪਵੇਗੀ। ਸਮਾਂ ਬਚੂਗਾ, ਭਟਕਣਾ ਨਹੀਂ ਪਵੇਗੀ, ਸਵਾਸਾਂ ਦੀ ਪੂੰਜੀ ਵੀ ਵਿਅਰਥ ਨਹੀਂ ਜਾਵੇਗੀ, ਸਫਲੀ ਹੋਵੇਗੀ। ਮਿਲ ਪਰਮਾਤਮਾ ਦਾ ਖੜਾ। ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਗੁਰ ਸਤਿਗੁਰ ਏਕ ਪੈਂਡਾ ਜਾਏ ਚੱਲ, ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਤੂੰ ਚਰਨ ਸ਼ਰਨ ਕਰਕੇ, ਚਰਨਾਂ ਤੋਂ ਪਰਮਾਤਮਾ ਦੀ ਸ਼ਰਨ ਤੱਕ ਚੱਲ ਤਾਂ ਸਹੀ, ਇੱਕ ਕਦਮ ਪੁੱਟ ਤਾਂ ਸਹੀ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਪੈਂਡਾ ਚੱਲ ਤਾਂ ਸਹੀ। ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ, ਗੁਰੂ ਤੈਨੂੰ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਆ ਜਾਵੇਗਾ। ਪਰਵਾਹ ਕਿਉਂ ਕਰਦਾ ਤੂੰ ਕਿਸੇ ਦੀ, ਕਿ ਕੋਈ ਤੈਨੂੰ ਡੁਲਾ ਦੇਵੇਗਾ? ਕੋਈ ਦੁਨੀਆ ਤੇ ਚੀਜ਼, ਸ਼ਕਤੀ, ਤਾਕਤ ਪੈਦਾ ਨਹੀਂ ਹੋਈ ਜਿਹੜੀ ਸਿੱਖਾ ਤੈਨੂੰ ਡੁਲਾ ਸਕੇ। ਚੇਤਾ ਰੱਖੀ ਮਨ ਵਿੱਚ, ਆਉਣ ਵਾਲੇ ਸਮਿਆਂ ਵਿੱਚ
ਸਾਹਿਬਜ਼ਾਦਿਆਂ ਦੇ ਤੂੰ ਸ਼ਹੀਦੀ ਦਿਹਾੜੇ ਮਨਾਉਣੇ ਨੇ ਸਿੱਖ ਲਈ, ਉਹਨਾਂ ਤੋਂ ਵੀ 7 ਤੇ 9 ਸਾਲ ਦੀ ਉਮਰ ਕਿੰਨੀ ਕਾ। ਵਜ਼ੀਰ ਖਾਨ ਨੇ ਬੜਾ ਕਿਹਾ ਸੀ ਵੀ ਉਮਰ ਤੁਹਾਡੀ ਕਿੰਨੀ ਕਾ, ਤੁਹਾਨੂੰ ਤੁਸੀਂ ਜਵਾਨੀਆਂ ਮੰਨਣੀਆਂ ਨੇ, ਹਜੇ ਤੁਸੀਂ ਜਵਾਨੀਆਂ ਮੰਨਣੀਆਂ ਨੇ, ਹਲੇ ਉਮਰ ਕਿੰਨੀ ਕਾ ਤੁਹਾਡੀ। ਲੈ ਲਵੋ ਵਜ਼ੀਰੀਆਂ, ਲੈ ਲਵੋ ਤਖਤ, ਲੈ ਲਵੋ ਕੁਰਸੀਆਂ, ਲੈ ਲਵੋ। ਇੱਥੇ ਇੱਕ ਅਹੁਦੇ ਦਾ ਰੈਂਕ ਵਧਾਉਣ ਦੇ ਲਈ ਸਾਰਾ ਕੁਝ ਕਰੀ ਜਾਂਦੇ ਆ, ਇੱਕ ਅਹੁਦੇ ਦਾ ਰੈਂਕ ਵਧਾਉਣ ਦੇ ਲਈ ਵੀ ਇੱਕ ਅਹੁਦੇ ਦਾ ਰੈਂਕ ਵੱਧ ਜਾਵੇ। ਇੱਕ ਮੋਢੇ ਤੇ ਲੱਗਿਆ ਹੋਇਆ ਇੱਕ ਸਟਾਰ ਨਾ ਇੱਕ ਹੋਰ ਹੋ ਜਾਵੇ, 2 ਹੋ ਜਾਣ। ਇੱਕ ਸਟਾਰ ਵਧਾਉਣ ਦੇ ਬਦਲੇ ਹੀ ਸਿੱਖੀ ਨੂੰ ਵੇਚ ਖਾ ਗਏ, ਸਿੱਖੀ ਨੂੰ ਵੇਚ ਕੇ। ਪਾਤਸ਼ਾਹ ਸਮੱਤ ਬਖਸ਼ੇ ਦੇ ਦਿਹਾੜੇ ਅਸੀਂ ਉਹਨਾਂ ਦੇ ਮਨਾਉਣੇ ਆ ਜਿਨ੍ਹਾਂ ਨੇ ਵਜ਼ੀਰੇ ਨੂੰ ਜੁੱਤੀ ਦੀ ਨੋਕ ਤੇ ਠੋਕਰ ਮਾਰ ਦਿੱਤੀ ਸੀ। ਵਜ਼ੀਰੀਆਂ ਅਸੀਂ ਵਾਰਸ ਉਹਨਾਂ ਦੇ ਕਹਾਉਣੇ ਆ। ਕਿੱਥੇ ਖੜੇ ਹਾਂ ਅਸੀਂ? ਉਹ ਪਾਤਸ਼ਾਹ ਜੀ ਦੇ ਫਰਜ਼ੰਦ ਇਹ ਗੱਲ ਦੁਨੀਆ ਨੂੰ ਦੱਸ ਗਏ ਵੀ ਇੱਥੇ ਵੱਡਾ ਸਿਰਫ ਪਾਤਸ਼ਾਹ ਪਰਮਾਤਮਾ, ਉਹ ਤੋਂ ਵੱਡਾ ਹੋਰ ਕੋਈ ਵਜ਼ੀਰ ਨਹੀਂ। ਨਾ ਤੂੰ ਦੁਨੀਆ ਦਾ ਬਾਦਸ਼ਾਹ ਹੋ ਸਕਦਾ, ਤੂੰ ਸੱਚਾ ਪਾਤਸ਼ਾਹ ਨਹੀਂ ਹੋ ਸਕਦਾ। ਇੱਕ ਘਾਹੀ ਸਿੱਖ ਆਮ ਜਿਹਾ ਘਾਹ ਵੱਢਣ ਵਾਲਾ, ਘਾਹ ਵੱਢ ਕੇ ਗੁਰੂ ਘਰ ਦੇ ਜਿਹੜੇ ਘੋੜੇ ਸੀ ਸਿਪਾਹੀਆਂ ਦੇ, ਸਿੱਖਾਂ ਦੇ, ਉਹਨਾਂ ਨੂੰ ਘਾਹ ਪਾਉਣ ਵਾਲਾ ਇੱਕ ਘਾਹੀ ਸਿੱਖ ਜਹਾਂਗੀਰ ਨੂੰ ਠੋਕਰ ਮਾਰ ਕੇ ਤੁਰ ਗਿਆ ਸੀ ਵੀ ਤੂੰ ਕਿੱਧਰ ਬਾਦਸ਼ਾਹ ਬਣਿਆ ਫਿਰਦਾ, ਤੂੰ ਬਾਦਸ਼ਾਹ ਨਹੀਂ, ਤੂੰ ਤਾਂ ਮੇਰੀਆਂ ਨਜ਼ਰਾਂ ਵਿੱਚ ਕੌਡੀ ਦਾ ਮੁੱਲ ਨਹੀਂ, ਤੇਰਾ ਕੌਡੀ ਦਾ ਰੱਖੀ ਹੋਈ ਕੌਡੀ ਵੀ ਚੁੱਕ ਲਈ ਸੀ ਕੋਲੋਂ ਉਹਦੇ। ਤੰਬੂਆਂ ਵਿੱਚ ਜਾ ਪਹੁੰਚਿਆ, ਪਤਾ ਨਹੀਂ ਸੀ ਜਹਾਂਗੀਰ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਤੰਬੂ ਇਕੱਠੇ ਲੱਗੇ ਹੋਏ ਨੇ, ਇੱਕ ਥਾਂ ਉੱਤੇ ਰੁਕੇ ਹੋਏ ਨੇ ਇਕੱਠੇ। ਜਹਾਂਗੀਰ ਦੇ ਤੰਬੂ ਵਿੱਚ ਜਾ ਪਹੁੰਚਿਆ, ਪੰਡ ਵੀ ਆਪੇ ਸਿਰ ਤੋਂ ਆਪ ਲਾਹੀ ਤੇ ਜਾ ਕੇ ਕੌਡੀ ਮੂਹਰੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ ਦੇਵੋ। ਜਹਾਂਗੀਰ ਕਹਿਣ ਲੱਗਿਆ, ਓਏ ਆ ਕੀ ਮੰਗ ਲਿਆ ਤੂੰ? ਮੈਥੋਂ ਮੰਗ, ਤੂੰ ਜਾਇਦਾਦ ਮੰਗ, ਧਰਤੀ ਦਾ ਟੁਕੜਾ ਮੰਗ, ਮੈਂ ਤੈਨੂੰ ਦੇ ਦੇਵਾਂਗਾ। ਤੂੰ ਮੈਥੋਂ ਨੌਕਰੀ ਮੰਗ, ਮੈਂ ਤੈਨੂੰ ਨੌਕਰੀ ਦੇ ਦੇਵਾਂਗਾ। ਤੂੰ ਆ ਕੀ ਮੰਗ ਲਿਆ? ਇਹ ਮੇਰੇ ਕੋਲ ਨਹੀਂ। ਉਹ ਕਹਿਣ ਲੱਗਿਆ, ਤੂੰ ਕੌਣ ਹੈ? ਕਹਿੰਦਾ, ਮੈਂ ਜਹਾਂਗੀਰ, ਦੁਨੀਆ ਦਾ ਬਾਦਸ਼ਾਹ, ਇਸ ਜਹਾਨ ਨੂੰ ਜਿੱਤਣ ਵਾਲਾ ਮੈਂ ਬਾਦਸ਼ਾਹ ਹਾਂ। ਕੌਡੀ ਵੀ ਚੁੱਕ ਲਈ, ਮੂਹਰੋਂ ਮੱਥਾ ਟੇਕਿਆ। ਕਹਿੰਦਾ, ਆ ਕਿਉਂ ਚੁੱਕ ਲਈ? ਕਹਿੰਦਾ, ਤੂੰ ਇਹਦੇ ਵੀ ਕਾਬਲ ਨਹੀਂ। ਕਹਿੰਦਾ, ਮੈਂ ਸੱਚੇ ਪਾਤਸ਼ਾਹ ਕੋਲੇ ਆਇਆ, ਤੂੰ ਬਾਦਸ਼ਾਹ ਹੋ ਸਕਦਾ, ਸੱਚਾ ਨਹੀਂ ਹੋ ਸਕਦਾ। ਨਾ ਤੂੰ ਸੱਚਾ ਨਹੀਂ ਹੋ ਸਕਦਾ। ਪੰਡ ਚੁੱਕ ਲਈ। ਜਹਾਂਗੀਰ ਵੇਖਣ ਲੱਗਿਆ, ਹੈਰਾਨ ਹੋ ਕੇ ਪਿੱਛੇ ਚਲਿਆ ਗਿਆ। ਬਾਹਰ ਨਿਕਲ ਕੇ ਸਿਪਾਹੀਆਂ ਨੂੰ ਪੁੱਛਿਆ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤੰਬੂ ਕਿਹੜਾ ਹੈ? ਉਹਨੇ ਸਿਪਾਹੀ ਨੇ ਹੱਥ ਕਰ ਦਿੱਤਾ, ਕਹਿੰਦੇ ਉਹ ਵੇਖ ਸਾਹਮਣੇ ਤੰਬੂ ਉਹਨਾਂ ਦਾ ਹੈ। ਗਿਆ, ਗੁਰੂ ਪਾਤਸ਼ਾਹ ਜੀ ਅੰਦਰ ਪਲੰਘ ਉੱਤੇ ਬੈਠੇ ਨੇ, ਪਲੰਘ ਉੱਤੇ ਬੈਠੇ ਨੇ ਗੁਰੂ ਪਾਤਸ਼ਾਹ ਜੀ। ਜਿਵੇਂ ਜਹਾਂਗੀਰ ਬੈਠਾ ਸੀ ਨਾ, ਉਵੇਂ ਬੈਠੇ ਨੇ, ਬਿਲਕੁਲ ਕੋਈ ਫਰਕ ਨਹੀਂ। ਪੁਸ਼ਾਕ ਵੀ ਕੀਮਤੀ ਹੈ। ਇੱਧਰ ਜਹਾਂਗੀਰ ਵੀ ਪੁਸ਼ਾਕਾਂ ਵਿੱਚ ਸੀ, ਇੱਧਰ ਜਹਾਂਗੀਰ ਦੇ ਨੌਕਰ ਚਾਕਰ ਆਸੇ ਪਾਸੇ ਖੜੇ ਸੀ, ਉਧਰ ਸਿੱਖ ਸੰਗਤ ਸਤਿਗੁਰੂ ਦੇ ਕੋਲ ਬੈਠੀ ਆ, ਪ੍ਰਵਚਨ ਸੁਣ ਰਹੀ ਹੈ, ਗੁਰਬਾਣੀ ਸੁਣ ਰਹੀ ਹੈ। ਜਦੋਂ ਉਧਰੋਂ ਆਇਆ ਨਾ, ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਨੇ। ਪਾਤਸ਼ਾਹ, ਅੱਜ ਪਹਿਲੀ ਵਾਰ ਤੇਰੇ ਦਰਸ਼ਨ ਕਰਨ ਆਇਆ ਸੀ, ਅੱਜ ਹੋਰ ਹੀ ਪਾਸੇ ਉਲਝ ਗਿਆ, ਪਤਾ ਨਹੀਂ ਮੈਂ ਤੇਰੇ ਦਰ ਤੇ ਪ੍ਰਵਾਨ ਹੋਵਾਂਗਾ ਕਿ ਨਹੀਂ। ਅੱਜ ਪਹਿਲੀ ਵਾਰ ਆਇਆ ਸੀ, ਮਨ ਵਿੱਚ ਮਿਲਤਾ ਪਤਾ ਨਹੀਂ ਕਿੰਨੀ ਵਾਰ ਚੁੱਕਿਆ ਪਾਤਸ਼ਾਹ, ਪਰ ਅੱਜ ਮੈਨੂੰ ਪਤਾ ਨਹੀਂ ਸੀ ਵੀ ਤੂੰ ਕਿਸ ਸਰੀਰ ਦੇ ਵਿੱਚ ਨਾਨਕ ਬੈਠਾ ਹੈ, ਮੈਨੂੰ ਇਹ ਨਹੀਂ ਪਤਾ। ਅੰਦਰ ਮਾਫੀਆਂ ਮੰਗਦਾ, ਅੰਦਰ ਬਸ ਇੱਕੋ ਗੱਲ ਹੀ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਅੰਦਰ ਇੱਕੋ ਭਾਵਨਾ ਲੈ ਕੇ ਹੀ ਚੱਲ ਰਿਹਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਬੜੇ ਔਗਣ ਨੇ ਪਾਤਸ਼ਾਹ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਅੰਦਰ ਪਤਾ ਨਹੀਂ ਕਿੰਨੇ ਕੋ ਤਰਲੇ ਕਰਦਾ, ਉਸ ਗੁਰੂ ਦੇ ਦਰ ਉੱਤੇ ਪਹੁੰਚ ਗਿਆ। ਜਿਹੜਾ ਜਹਾਂਗੀਰ ਆਪ ਤਖਤ ਉੱਤੇ ਬੈਠਾ ਰਿਹਾ, ਔਖਾ ਸੌਖਾ ਹੋ ਕੇ ਪੰਡ ਆਪ ਲਾਈ ਸੀ, ਆਪ ਚੁੱਕੀ ਸੀ, ਅੱਜ ਗੁਰੂ ਪਾਤਸ਼ਾਹ ਜੀ ਨੇ ਆ ਕੇ ਪੰਡ ਨੂੰ ਹੱਥ ਪਾ ਲਿਆ। ਜਦੋਂ ਅੱਖਾਂ ਦੇ ਵਿੱਚ ਅੱਖਾਂ ਪਈਆਂ, ਪੰਡ ਲਾ ਕੇ ਥੱਲੇ ਗੁਰੂ ਦੇ ਚਰਨਾਂ ਵਿੱਚ ਡਿੱਗਿਆ, ਗੁਰੂ ਨੇ ਜਾ ਕੇ ਹਿੱਕ ਨਾਲ ਲਾ ਲਿਆ। ਕਹਿੰਦਾ, ਪਾਤਸ਼ਾਹ ਮੈਂ ਤਾਂ ਤੇਰੇ ਚਰਨਾਂ ਵਿੱਚ ਬੈਠਣ ਦੇ ਵੀ ਕਾਬਲ ਨਹੀਂ। ਕਹਿੰਦਾ, ਨਾ ਸਿੱਖਾ, ਸਿੱਖ ਦਾ
ਸਤਿਕਾਰ ਹੈ ਨਾ ਜਿਹੜਾ ਗੁਰੂ ਦੇ ਵਿੱਚ। ਦੇਖੋ ਗੁਰੂ ਦੇ ਕਿੰਨਾ, ਗੁਰੂ ਸਾਡਾ ਬਖਸ਼ਣ ਦਾ ਵੱਡਾ ਮਾਲਕ ਮੇਰਾ। ਕਹਿੰਦੇ ਗੁਰੂ ਤੇ ਸਿੱਖ ਦਾ ਰਿਸ਼ਤਾ ਦਿਲ ਦੀਆਂ ਤਰੰਗਾਂ ਦਾ, ਪੈਰਾਂ ਦੀ ਧੂੜ ਦਾ ਨਹੀਂ। ਨਾ ਨਾ ਸਿੱਖਾਂ ਮਤਾਂ ਸੋਚੀ ਵੀ ਤੂੰ ਕਿਤੇ ਚਰਨਾਂ ਨੂੰ ਹੱਥ ਲਾ ਕੇ ਮੁੜ ਜਾਵੇਂ, ਗੁਰਦੁਆਰੇ ਦੇ ਬਾਹਰ ਦੇਲੀਆਂ ਨੂੰ ਤੂੰ ਮੱਥਾ ਟੇਕ ਕੇ ਮੁੜ ਜਾਵੇਂ। ਨਾ ਨਾ, ਅੰਦਰ ਆਇਆ ਕਰ ਗੁਰੂ ਪਾਤਸ਼ਾਹ ਤਾਂ ਕਲਾਵਾ ਖੋਲੀ ਬੈਠਾ, ਤੂੰ ਆ ਤਾਂ ਸਹੀ। ਆਉਣ ਵਿੱਚ ਤੇਰੇ ਦੇਰੀ ਆ, ਤੈਨੂੰ ਭਰੋਸਾ ਨਹੀਂ ਨਾ ਬਣਿਆ, ਇਸੇ ਕਰਕੇ ਦੇਰੀ ਆ। ਜਿੱਦਣੇ ਭਰੋਸਾ ਬਣ ਗਿਆ ਨਾ, ਅੰਦਰ ਪੱਕਾ ਬਣ ਗਿਆ, ਵਿਸ਼ਵਾਸ ਆ ਗਿਆ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਵਿਸ਼ਵਾਸ ਪੱਕਾ ਹੋ ਗਿਆ, ਵਿਸ਼ਾ ਬਣ ਗਿਆ ਅੰਦਰ ਪੂਰਾ। ਫਿਰ ਪੂਰੇ ਕੇ ਗੁਣ ਗਾਓ, ਪੂਰੇ ਲਈ ਗੁਣ ਗਾਵੇਂਗਾ। ਫਿਰ ਤੂੰ ਦਰ ਛੱਡ ਦੇਵੇਂਗਾ। ਔਰ ਸਭ ਤਿਆਗ ਸੇਵਾ ਕਰ ਅਚੁੱਤ, ਜੋ ਸਭ ਤੇ ਊਚ ਠਾਕੁਰ ਭਗਵਾਨੇ, ਜਿਹੜਾ ਸਾਰਿਆਂ ਤੋਂ ਉੱਚਾ ਹੈ। ਇੱਧਰ ਹਰਗੋਬਿੰਦ ਪਾਤਸ਼ਾਹ ਜੀ ਏਡੇ ਉੱਚੇ, ਤੇ ਉੱਚਿਆਂ ਨੇ ਨੀਵਿਆਂ ਨੂੰ ਵੀ ਚੁੱਕ ਕੇ ਆਪਣੇ ਨਾਲ ਬਿਠਾ ਲਿਆ। ਦੱਸਿਆ ਸੀ ਨਾ ਗਿਆਨ ਗੁਰੂ ਜਿਹੜੇ ਸਰੀਰ ਵਿੱਚ ਮਰਜੀ ਹੈ ਨਾਨਕ ਜੋਤ, ਗਿਆਨ ਉਹੀ ਵਰਤ ਰਿਹਾ। ਚੇਤਾ ਰੱਖਿਓ, ਗਿਆਨ ਵਿੱਚ ਕੋਈ ਵਿਰੋਧਤਾ ਨਹੀਂ। ਨਾ ਨਾ, ਗਿਆਨ ਉਹੀ ਵਰਤ ਰਿਹਾ। ਲੋਕਾਂ ਨੂੰ ਸਿਖਾਉਣ ਦੇ ਲਈ ਵੀ ਸੱਚ ਕਿਵੇਂ ਵਰਤਦਾ, ਕਿਵੇਂ ਕਮਾਇਆ ਜਾਂਦਾ ਜ਼ਿੰਦਗੀ ਦੇ ਵਿੱਚ, ਗੁਰੂ ਪਾਤਸ਼ਾਹ ਜੀ ਨੇ ਇਹ ਸਾਰਾ ਕੁਝ ਦੇਖ ਕੇ ਚੱਲਿਆ। ਹੁਣ ਸੋਚ ਕੇ ਵੇਖੋ ਮਨ ਵਿੱਚ ਕਿ ਗੁਰੂ ਪਾਤਸ਼ਾਹ ਜੀ ਦੇ ਕਾਲ ਸਮੇਂ ਕਿਹੜੇ ਧਾਰਮਿਕ ਗ੍ਰੰਥ ਨਹੀਂ ਸਨ? ਸਾਰੇ ਸਨ। ਹਿੰਦੂ ਧਰਮ ਦੇ ਗ੍ਰੰਥ ਸਨ, ਮੁਸਲਿਮ ਧਰਮ ਦੇ ਗ੍ਰੰਥ ਸਨ, ਈਸਾਈ ਧਰਮ ਦੇ ਗ੍ਰੰਥ ਸਨ, ਯੋਗ ਮਤ ਦੇ ਗ੍ਰੰਥ ਸਨ। ਫਿਰ ਇਹ ਗ੍ਰੰਥ ਦੀ ਕਿਉਂ ਲੋੜ ਪਈ? ਇਹ ਵੀ ਸਾਡੇ ਸਿੱਖਾਂ ਵਾਸਤੇ ਅੱਜ ਸਵਾਲ ਹੈ। ਜਦੋਂ ਇਹ ਗ੍ਰੰਥ ਸੀ ਫਿਰ ਇਹਦੀ ਨਿਵੇਕਲੇ ਦੀ ਕਿਉਂ? ਕਿਉਂਕਿ ਉਹਨਾਂ ਵਿੱਚ ਸਿਰਫ ਤੇ ਸਿਰਫ ਜੜ ਪੂਜਾ ਹੈ। ਉਹਦੇ ਵਿੱਚ ਉਸ ਦਾਤੇ ਮਾਲਕ ਦੀ ਪੂਜਾ ਦਾ ਕੋਈ ਜ਼ਿਕਰ ਨਹੀਂ, ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਦਾ ਕੋਈ ਜ਼ਿਕਰ ਨਹੀਂ, ਉਸ ਸੱਚ ਦਾ ਕੋਈ ਜ਼ਿਕਰ ਨਹੀਂ ਜਿੱਥੇ ਉੱਥੇ ਸੱਚੋਂ ਹੀ ਸੱਚ ਨਿਬੜੈ। ਉਹਦਾ ਕੋਈ ਜ਼ਿਕਰ ਨਹੀਂ ਵੀ ਉਹ ਪਰਮਾਤਮਾ ਦੀ ਦਰਗਾਹ ਸੱਚੀ ਹੈ। ਉਸ ਸੱਚ ਨੂੰ ਉੱਥੇ ਬਿਆਨ ਨਹੀਂ ਕੀਤਾ ਗਿਆ। ਉੱਥੇ ਸਿਰਫ ਜੰਤਰ ਮੰਤਰ ਤੰਤਰਾਂ ਦੇ ਵਿੱਚ ਦੁਨੀਆ ਉਲਝਾ ਕੇ ਰੱਖ ਦਿੱਤੀ। ਪਾਤਸ਼ਾਹ ਜੀ ਕਹਿੰਦੇ ਪ੍ਰਵਾਨ ਨਹੀਂ। ਨਾ ਤੱਤੈ ਸਾਰ ਨਾ ਜਾਣੀ, ਤੱਤ ਦੀ ਸਾਰ ਹੀ ਨਾ ਜਾਣੀ। ਇਹਨਾਂ ਨੇ ਵੇਦਾਂ ਸ਼ਾਸਤਰਾਂ ਨੇ ਕੀ ਤੱਤ ਦੀ ਸਾਰ ਜਾਣੀ? ਕੋਈ ਸਾਰ ਨਾ ਜਾਣੀ। ਪਾਤਸ਼ਾਹ ਜੀ ਕਹਿੰਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਚਾ। ਨਾ ਤੱਤੈ ਸਾਰ ਨਾ ਜਾਣੀ। 3 ਵਾਰ ਕਹਿ ਦਿੱਤਾ ਵੀ ਤੱਤ ਦੀ ਸਾਰ ਹੀ ਨਹੀਂ ਜਾਣੀ। ਤੱਤ ਕੀ ਸੀ? ਤੱਤ ਪਰਮਾਤਮਾ ਸੀ। ਪਰਮਾਤਮਾ ਤੱਤ ਨੂੰ ਛੱਡ ਕੇ ਹੋਰ ਹੀ ਅਤੱਤਾਂ ਵਿੱਚ ਉਲਝ ਕੇ ਰਹਿ ਗਏ। ਪਾਤਸ਼ਾਹ ਜੀ ਕਹਿੰਦੇ ਪ੍ਰਵਾਨ ਨਹੀਂ। ਪਾਤਸ਼ਾਹ ਜੀ ਨੇ ਹੱਥ ਕਰ ਲਿਆ, ਕਹਿੰਦੇ ਲਿਆ। ਕਾਹੀ ਸਿੱਖ ਕਹਿਣ ਲੱਗਿਆ ਪਾਤਸ਼ਾਹ ਜੀ ਕੀ? ਕਹਿੰਦੇ ਜਿਹੜਾ ਚੁੱਕੀ ਫਿਰਦਾ ਹੱਥ, ਹੁਣ ਹੱਥ ਵਿੱਚ ਘੁੱਟੀ ਬੈਠਾ, ਉਸ ਕੌਡੀ ਨੂੰ ਵੀ ਕਿਵੇਂ ਰੱਖਾਂ ਪਾਤਸ਼ਾਹ? ਉਹ ਕਹਿੰਦੇ ਜਿਵੇਂ ਜਿਗਰਾ ਕਰ ਲਿਆ ਸੀ ਨਾ ਦੁਨੀਆ ਦੇ ਰਾਜੇ ਕੋਲੋਂ ਚੱਕਣ ਦੇ ਲਈ, ਉਵੇਂ ਹੁਣ ਜਿਗਰਾ ਅੰਦਰ ਰੱਖ, ਸੱਚੇ ਦੇ ਦਰ ਉੱਤੇ ਰੱਖਣ ਦੇ ਲਈ, ਚੱਕਣ ਦੇ ਲਈ ਤੂੰ ਜਿਗਰਾ ਕੀਤਾ। ਮੁਬਾਰਕ ਹੈ ਸਿੱਖਾ, ਮੁਬਾਰਕ ਹੈ। ਆਹੀ ਪਰਪੱਕਤਾ ਪੈਦਾ ਕੀਤੀ ਸੀ ਪਹਿਲੀ ਪਾਤਸ਼ਾਹ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ। ਇਹ ਸੀ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ ਤੋਂ ਲੈ ਕੇ ਖੰਡੇ ਕੀ ਪੌਲ ਤੱਕ ਦਾ ਸਫ਼ਰ। ਸਿੱਖ ਨੂੰ ਪਰਪੱਕ ਕੀਤਾ ਸੀ ਗੁਰੂ ਨੇ। ਸਿੱਖ ਨੂੰ ਨਹੀਂ, ਦੁਨੀਆ ਉੱਤੇ ਪਹਿਲਾਂ ਕਿਹੜਾ ਘੱਟ ਸੀ? ਧੋਤੀ ਜਨੇਊ ਵਾਲੇ ਪਹਿਲਾਂ ਵੀ ਸੀ, ਤਿਲਕਾਂ ਵਾਲੇ ਪਹਿਲਾਂ ਵੀ ਸੀ, ਲਵਾ ਕੱਟਣ ਵਾਲੇ ਪਹਿਲਾਂ ਵੀ ਸੀ, ਬੋਦੀਆਂ ਰੱਖਣ ਵਾਲੇ ਪਹਿਲਾਂ ਵੀ ਸੀ, ਜਿਹੜੇ ਕ੍ਰਾਈਸਟ ਨੂੰ ਮੰਨਣ ਵਾਲੇ ਸੀ ਪਹਿਲਾਂ ਵੀ ਸੀ, ਜਿਹੜੇ ਪਿੰਡੇ ਤੇ ਸਵਾਹ ਮੰਨਣ ਵਾਲੇ ਸੀ। ਅੱਜ ਕੋਈ ਨਵੇਂ ਨਹੀਂ ਤੁਰੇ ਫਿਰਦੇ। ਨਾ ਜੇਕਰ ਨਵੇਕਲਾ ਦੁਨੀਆ ਦੇ ਵਿੱਚ ਇੱਕ ਪਹਿਚਾਣ ਸਾਹਮਣੇ ਆਈ ਤਾਂ ਪਹਿਚਾਣ ਉਹ ਗੁਰੂ ਕੇ ਸਿੱਖ ਦੀ ਸਾਹਮਣੇ ਆਈ। ਦੁਨੀਆ ਦੇ ਵਿੱਚੋਂ ਜੇਕਰ ਪਹਿਚਾਨਿਆ ਜਾਣਾ ਵੱਖਰਾ ਰੂਪ ਤਾਂ ਉਹ ਖਾਲਸਾ ਰੂਪ ਸੀ, ਹੋਰ ਕੋਈ ਰੂਪ ਨਹੀਂ ਸੀ। ਪਾਤਸ਼ਾਹ ਤਾਂ ਏਡਾ ਵੱਡਾ ਹੈ, ਤੈਨੂੰ ਆਪਣੇ ਨਾਲ ਆਪਣੇ ਬਰੋਬਰ ਬਿਠਾ ਲੈਂਦਾ ਹੈ। ਇਹ ਮਾਲਕ ਦਾ ਦਰ ਐਸਾ ਹੈ। ਲੈਣਾ ਕੀ ਸੀ? ਆਮ ਜਿਹਾ ਬੰਦਾ, ਜ਼ਿੰਦਗੀ ਦਾ ਕਾਰ ਵਿਹਾਰ ਕਰਨ ਵਾਲਾ, ਧਾਰਮਿਕ ਰਹੁ ਰੀਤਾਂ ਨੂੰ ਅਪਣਾ ਕੇ ਚੱਲਣ ਵਾਲਾ, ਆਪਣੇ ਧਰਮ ਉੱਤੇ ਚੱਲਣ ਵਾਲਾ ਬੰਦਾ ਸੀ।
पर सतगुर सूरमै बाह्या बाण जो एक लागत ही भोए गिर भरिया परा कलेजे शेक। एक तीर कलेजे विच वज्जिया शब्द दा जिहड़ा भाई जोध जी तो सुनिया सी ते उस शब्द दे तीर ने कलेजा बिन के रख दिता। तड़फ अंदर पैदा होगी जिवें तीर वज्जे तो तड़फदा ना कोई बंदा जख्म हो जाए तड़फदा, कहंदे फिर उस कलेजे विच होए शेक दे नाल हुण रोज तड़फदा। इन्नी तड़फ वध गई कि गुरु नानक दे दर उत्ते आके बह गया, सारे दर छड्ड दित्ते। जिदने नानक दे दर उत्ते आके बह गया फिर नानक ने भी कोई कसर नहीं छड्डी, अपना आप उहनूं सौंप दिता। अपना आप अंगों से लगाकर अंगद कर दिया, अपना आप सौंप दिता। ये मेरे मालक दी बख्शिशा, सिखा तू आ तां सही, सारा कुछ छड्ड के आ तां सही गुरु दे दर उत्ते। जिदने तू गुरु दे दर उत्ते सारा कुछ छड्ड के आ गया, उदने नानक ने तेरी झोली विच अपना आप पा देना। फिर पिछे की रह गया? सोच के देख, की रह गया पिछे? कुछ भी नहीं। ऐसा मेरा मालक है, वो उच्चा ठाकुर ऊच भगवाना है। हर सेवा ते काल जूह ना साकै। हरि परमात्मा की सेवा कीतियां काल का अर्थ है मौत, किहड़ी जमीर की मौत जो ना साकै। कहंदे जमीर की मौत तैनूं छू भी नहीं सकती, तैनूं टच भी नहीं कर सकती। जमीर की मौत करके तू नित नित नहीं मरेगा। ना ना शरीर का एक दिन मरना कोई गल नहीं, शरीर मरना ही मरना। वो जिहड़ा मर्जी बंदा है, चाहे चंगा ते चाहे माड़ा, चाहे भगत है चाहे दैंत है, उन्हें मरना ही मरना। शरीर करके हर एक दिन मरना, सब ने मरना। शरीर करके कोई थिर नहीं रहा, कोई भी थिर नहीं। राम गयो रावण गयो जाको बहु परिवार सब चले गए, इत्थे कोई नहीं रहा। इत्थे जेकर रहा तो सच रहा, सिर्फ सच। ते सच की टक्कर आ जिहड़ी झूठ नाल चलदी रही है। एक सच ते दूजे पासे जुल्म। सच जुल्म के खिलाफ लड़ता रहेगा, जुल्म नूं नकारदा रहेगा। सच मात दिंदा रहेगा, जुल्म नूं थां थां ते हर वार मात देगा। पर कहंदे जमीर की मौत का मर जाना ही यकीनन मौत है। तू जमीर की मौत मर रहे हैं अज बंदिया, जमीर की मौत मर रहे हैं। जमीर की मौत ना मर। गुरु के दर उत्ते जमीर के मरिया नूं कोई थां नहीं। शरीर के मरे भी प्रवान ने, इत्थे बंद बंद कट्टिया भी प्रवान है। शरीर का मर जाना कोपड़ लेना भी प्रवान है। शरीर का मर जाना मीर मनु दियां जेलों विच बच्चों दियां आंदरां गल विच पवा लैणियां भी प्रवान ने। जमीर का मरिया प्रवान नहीं। जी जमीर का मरिया होया आ गया, ना 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 सलाम जवाब दोवें करे। मुंडो कुठा जाए, कहते जमा जड़ पट्टी जानी है तेरी। मुड 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 तो जमा जड़ उखड़ी हुई है तेरी। तू सोचदा सलाम भी कर लिया, सिर झुका लिया, गुरु के दर उत्ते आके गोलक विच पैसे भी पा दिते, परिक्रमा भी कर ली, सीस झुका के बह भी गया। कहते उत्तों जो गुरु कहता भी सिखा तैं आ कर्म करना, तू जवाब भी दे देवे ना मैं नहीं करता, ना ना मैं नहीं करता। ये एवें मरी जाते हैं बैठे बाबे इत्थे ना, वो जवाब देना है। ना ना सिखा इन्नी नफरत ना पाल गुरबाणी के प्रति अपने मन विच। जिसने तेरे मन विच गुरबाणी का प्यार पैदा हो गया, तेरी जिंदगी विच प्यार आ जाएगा, तेरी जिंदगी विच प्यार आ जाएगा। चेता रखी रे मन ऐसी हर्षों प्रीत कर, जैसी जल दुध होए आवटन आप खपै दुध खपन ना दे। ऐसी प्रीत कर मन, हे मेरे मना ओ बंदिया, ऐसी प्रीत कर परमात्मा दे दर उत्ते। अपनी प्रीत रख इस तरह दी, दुध विच पानी पाया होवे, पानी आप भाफां बन बन के उड़ जाता है, दुध नूं खपन नहीं दिंदा, पानी आप खप जाता। इदां दी प्रीत कर। तेरा परमात्मा दे प्रति प्यार खत्म ना होवे, शरीर खत्म हुंदा तां हुंदा हो जाए, कोई फिक्र नहीं। शरीरां दी कोई महानता नहीं। शरीर तां दाऽ ते ला ला के गुरु पातशाह जी ने आप दिखा दिते। तवी तवी ते बैठना, शरीर दाऽ ते लाउणा ही आ। हर गोबिंद पातशाह मचदी अग दिल्ली दे विच कहर,
ਮੱਚਦੀ ਅੱਗ ਦਿੱਲੀ ਦੇ ਵਿੱਚ ਕਹਿਰ, ਬਿਮਾਰੀ ਦਾ ਕੁਫਰ ਤੋਲਿਆ ਹੋਇਆ, ਕੋੜ ਬਿਮਾਰੀ ਸਭ ਨੂੰ ਚੱਲੀ ਹੋਈ ਆ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਛੋਟੀ ਉਮਰ ਦੇ ਵਿੱਚ ਆਪ ਜਾ ਕੇ 8-9 ਸਾਲ ਦੀ ਉਮਰ ਦੇ ਵਿੱਚ ਉੱਥੇ ਜਾ ਕੇ ਉਹਨਾਂ ਦੀ ਸੰਭਾਲ ਕਰਦੇ ਨੇ। ਸੋਚ ਸਿੱਖਾ, ਤੂੰ ਸੰਭਾਲ ਕੀਤੀ ਕਦੇ ਕਿਸੇ ਮਰੀਜ਼ ਦੀ? ਬੜੇ ਮਾਣ ਨਾਲ ਤਾਂ ਕਹਿ ਦੇਣਾ ਵੀ ਤੂੰ ਸਿੱਖ ਹਾਂ। ਸਿੱਖ ਦਾ ਤਾਂ ਕਰਮ ਹੈ ਦੁਖੀਏ ਦੀ ਸੰਭਾਲ ਕਰਨੀ। ਇਹੀ ਗੱਲ ਕਹੀ ਸੀ ਮੇਰੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਦੇ ਵਿੱਚ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਕਹਿੰਦੇ ਮਾਲਕ ਜੀ ਤੇਰੀ ਕਿਰਪਾ ਹੀ ਉੱਥੇ ਵਰਤਦੀ ਆ ਜਿੱਥੇ ਗਰੀਬਾਂ ਦੀ ਸੰਭਾਲ ਹੁੰਦੀ ਆ, ਜਿੱਥੇ ਲਤਾੜੇ ਹੋਏ ਲੋਕਾਂ ਦੀ ਸੰਭਾਲ ਹੁੰਦੀ ਆ, ਜਿੱਥੇ ਦੁਖੀਆਂ ਦੀ ਸੰਭਾਲ ਹੁੰਦੀ ਆ। ਤੂੰ ਵਸਦਾ ਹੀ ਉੱਥੇ ਆ, ਤੂੰ ਵਸਦਾ ਹੀ ਉੱਥੇ ਆ ਪਾਤਸ਼ਾਹ। ਦੁਨੀਆ ਦੇ ਵਿੱਚ ਜਿਸ ਦਾ ਕੋਈ ਨਹੀਂ ਨਾ ਹੋਇਆ ਉਸ ਦਾ ਸਿੱਖ ਹੋਇਆ ਕਰਦਾ। ਇਹ ਚੇਤਾ ਰੱਖਿਓ, ਦੁਨੀਆ ਦੇ ਵਿੱਚ ਜਿਹੜੀਆਂ ਲਵਾਰਸ ਲਾਸ਼ਾਂ ਬਣੀਆਂ ਸੜਕਾਂ 'ਤੇ ਰੋਂਦੀਆਂ ਫਿਰਦੀਆਂ ਸੀ, ਕੋਈ ਅਪਾਹਜ ਸੀ, ਕੋਈ ਲੂਲਾ ਸੀ, ਕੋਈ ਲੰਗੜਾ ਸੀ, ਕਿਸੇ ਦੀ ਅੱਖਾਂ ਦੀ ਰੌਸ਼ਨੀ ਨਹੀਂ ਸੀ, ਕਿਸੇ ਦੇ ਹੱਥ ਨਹੀਂ ਸੀ, ਕਿਸੇ ਦੇ ਪੈਰ ਨਹੀਂ ਸੀ, ਜਿਹੜੇ ਆਪਣਾ ਕਿਰਿਆ ਕਰਮ ਆਪ ਸਾਫ਼ ਨਹੀਂ ਕਰ ਸਕਦੇ ਸੀ, ਉੱਥੇ ਭਗਤ ਪੂਰਨ ਸਿੰਘ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੇ ਉਹਨਾਂ ਦੁਖੀਆਂ ਦੀ ਸੰਭਾਲ ਕੀਤੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰੂ ਵੀ ਉੱਥੇ ਵਰਤਦਾ ਰਿਹਾ, ਗੁਰੂ ਵੀ ਉੱਥੇ ਵਰਤਿਆ, ਕੋਈ ਸ਼ੱਕ ਨਹੀਂ। ਜਿਹਨੂੰ ਆਪ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਸੀ, ਮਾਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਸੀ, ਅੱਜ ਜੇਕਰ ਸਹਾਰਾ ਦੁਨੀਆ ਦੇ ਨਿਆਸਰਿਆਂ ਦਾ ਸਹਾਰਾ ਬਣਿਆ ਤੇ ਉਹ ਭਗਤ ਪੂਰਨ ਸਿੰਘ ਹੀ ਸਹਾਰਾ ਬਣਿਆ। ਸਿੱਖਾ ਡੋਲਦਾ ਕਾਹਤੋਂ ਆ? ਤੇਰੇ ਕੋਲ ਤਾਂ ਏਡਾ ਮਾਣ ਮੱਤਾ ਇਤਿਹਾਸ ਆ, ਐਵੇਂ ਮਾੜੀਆਂ ਮਾੜੀਆਂ ਗੱਲਾਂ ਤੇ ਆ ਸਰੀਰ ਉੱਤੇ ਆਈਆਂ ਹੋਈਆਂ ਬਿਮਾਰੀਆਂ ਕਰਕੇ ਡੋਲੀ ਜਾਂਦਾ ਤੂੰ। ਕੀ ਹੋ ਗਿਆ ਤੈਨੂੰ? ਤੇਰੇ ਤਾਂ ਸਿਰ ਤੇ ਆਰੇ ਚੱਲ ਗਏ, ਤੂੰ ਤਾਂ ਨਹੀਂ ਡੋਲਿਆ। ਅੱਜ ਇੱਕ ਬਿਮਾਰੀ ਨੇ ਮਾੜਾ ਜਿਹਾ ਆ ਕੇ ਕੀ ਸਰੀਰ ਨੂੰ ਘੇਰ ਲਿਆ, ਤੂੰ ਗੁਰੂ ਦਾ ਦਰ ਛੱਡ ਕੇ ਦਵਾਈ ਮੈਡੀਸਨ ਛੱਡ ਕੇ ਤੂੰ ਹੋਰ ਹੀ ਕੁਝ ਕਰਦਾ ਫਿਰ ਰਿਹਾ। ਨਾ ਨਾ, ਧਾਗੇ ਤਵੀਤਾਂ ਵਿੱਚ ਉਲਝ ਕੇ ਰਹਿ ਗਿਆ। ਨਾ ਨਾ ਸਿੱਖਾ, ਤੇਰਾ ਇਹ ਜੀਵਨ ਨਹੀਂ ਸੀ। ਨਾ ਨਾ, ਜਿਹੜੇ ਧਾਗੇ ਤਵੀਤਾਂ ਤੂੰ ਗੁੱਟਾਂ ਤੇ ਬੰਨੀ ਫਿਰਦਾ, ਇੱਥੇ ਫਾਂਸੀਆਂ ਤੇ ਚੜੇ ਨੇ, ਫਾਂਸੀਆਂ ਤੇ। ਕਿੱਧਰ ਆ ਗਿਆ ਤੂੰ? ਤੇਰਾ ਰਸਤਾ ਕੀ ਸੀ? ਕਿਹੜੇ ਰਸਤੇ ਪੈ ਗਿਆ? ਰਸਤਾ ਨਾ ਛੱਡ, ਜ਼ਮੀਰ ਦੀ ਮੌਤ ਨਾ ਮਰ। ਪਾਤਸ਼ਾਹ ਜੀ ਕਹਿੰਦੇ ਜ਼ਮੀਰ ਦੀ ਮੌਤ ਨਾ ਮਰ। ਹਰ ਸੇਵਾ ਤੇ ਕਾਲ ਜੋ ਨਾ ਸਕੈ, ਹਰੀ ਪਰਮਾਤਮਾ ਦੀ ਆਰਾਧਨਾ ਕਰਿਆ, ਸੇਵਾ ਕਰਿਆ। ਸੇਵਾ ਹੀ ਆਰਾਧਨਾ ਹੁੰਦੀ ਆ। ਭਗਤੀ ਤੇ ਸੇਵਾ ਇੱਕੋ ਗੱਲ ਹੀ ਆ। ਸੇਵਾ ਕਰ ਨਿਹਕਾਮੀ ਹੋ ਕੇ ਉਹ ਭਗਤੀ ਬਣ ਜਾਣੀ ਆ। ਜੇ ਕਾਮਨਾ ਅੰਦਰ ਹੈ ਫਿਰ ਸੇਵਾ ਨਹੀਂ, ਫਿਰ ਤਾਂ ਸੌਦੇਬਾਜ਼ੀ ਹੈ। ਵੀ 10 ਰੁਪਏ ਲੈ ਲਵੋ, ਮੈਨੂੰ ਸਾਬਣ ਦੀ ਟਿੱਕੀ ਦੇ ਦੇਵੋ, ਸੌਦੇਬਾਜ਼ੀ ਹੈ। ਰੁਮਾਲਾ ਚੜਾ ਦਿੰਦਾ ਪਾਤਸ਼ਾਹ, ਕੜਾਹ ਪ੍ਰਸ਼ਾਦ ਦੇ ਕਰਾ ਦਿੰਦਾ, ਮੈਨੂੰ ਧੀ ਦੇ ਦਿਓ, ਮੈਨੂੰ ਪੁੱਤ ਦੇ ਦਿਓ, ਮੈਨੂੰ ਗੱਡੀ ਦੇ ਦਿਓ, ਮੈਨੂੰ ਘਰ ਦੇ ਦਿਓ। ਠੀਕ ਆ, ਇਹ ਸੌਦੇਬਾਜ਼ੀ ਹੋ ਗਈ ਨਾ। ਨਾ, ਪਾਤਸ਼ਾਹ ਜੀ ਕਹਿੰਦੇ ਸੌਦੀ ਨੇ, ਸੌਦੇਬਾਜ਼ੀ ਨਾ ਕਰ, ਸੌਦੇਬਾਜ਼ੀ ਨਾ ਕਰ। ਹਾਂ, ਤੇਰੀ ਲੋੜ ਹੈ ਤੇਰੀ, ਕਰ ਅਰਦਾਸ ਕਰ ਗੁਰੂ ਅੱਗੇ ਆ ਕੇ, ਕੋਈ ਗੱਲ ਨਹੀਂ। ਜਿਹੜਾ ਕੰਮ ਤੂੰ ਮਨ ਵਿੱਚ ਚਿੱਤ ਬਣਿਆ, ਅਰਦਾਸ ਕਰ ਪਾਤਸ਼ਾਹ ਅੱਗੇ, ਕੋਈ ਪਰਵਾਹ ਨਹੀਂ। ਅਰਦਾਸ ਕਰ, ਗੋਪਾਲ ਤੇਰਾ ਆਰਤਾ ਹੜ ਮੰਗਤਾ ਬਣ ਕੇ। ਪਾਤਸ਼ਾਹ ਜੀ ਸਾਰਾ ਕੁਝ ਝੋਲੀ ਪਾਉਣ ਨੂੰ ਤਿਆਰ ਨੇ, ਤੂੰ ਘਬਰਾਉਣਾ ਕਾਹਨੂੰ ਆ? ਪਰ ਤੈਨੂੰ ਖੜਨਾ ਆ ਜਾਵੇ, ਇਹੀ ਸਿਖਾਉਣਾ ਪਾਤਸ਼ਾਹ ਨੇ। ਸੇਵਾ ਇਹੀ ਆ, ਦੇਰ ਇਹੀ ਆ, ਅੰਧੇਰ ਨਹੀਂ, ਦੇਰ ਇਹੀ ਆ ਬਸ। ਜਿੱਦਨੇ ਤੈਨੂੰ ਖੜਨਾ ਆ ਗਿਆ, ਜਿੱਦਨੇ ਤੇਰਾ ਮਨ ਖੜ ਗਿਆ, ਉਦਨੇ ਸਾਰਾ ਖਜ਼ਾਨਾ ਨਾਨਕ ਦਾ ਤੇਰੀ ਝੋਲੀ ਵਿੱਚ ਹੈ, ਤੇਰੀ ਝੋਲੀ ਵਿੱਚ ਹੈ। ਇਹ ਤਾਂ ਹੁਣ ਤੂੰ ਵੇਖ ਵੀ ਤੂੰ ਕਰਨਾ ਕੀ ਹੈ। ਹਰ ਸੇਵਾ ਤੇ ਕਾਲ ਜੋ ਨਾ ਸਕੈ, ਚਰਨੀ ਆਏ ਪਵੇ ਹਰ ਜਾਨੈ। ਹਰੀ ਪਰਮਾਤਮਾ ਫੇਰ ਹੀ ਗੱਤ ਰੱਖਦਾ ਜਦੋਂ ਚਰਨਾਂ ਵਿੱਚ ਪੈ ਜਾਵੇਗਾ। ਜਾ ਕੋ ਰਾਖ ਲੈ ਮੇਰਾ ਸੁਆਮੀ, ਤਾਂ ਕੋ ਸਮੱਤ ਦੇ ਪੈ ਕਾਨੈ। ਜਿਸ ਨੂੰ ਜਿਹਦੀ ਪ੍ਰਤੀਤ ਬਣ ਗਈ ਗੁਰੂ ਦੇ ਦਰ ਉੱਤੇ ਸੇਵਾ ਨਾਲ, ਫਿਰ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਰਾਖ ਲੈ ਮੇਰਾ ਸੁਆਮੀ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਰੱਖ ਲਵੇਗਾ।
अपनी बुक्कल दे विच रख लवेगा, उन्हां उत्ते कोई फिर संकट नहीं आवेगा। ना ना ताको सुमत दे पै काने। फिर मेरा मालक जिवें माँ बच्चे नूं गोदी विच बिठा के चंगियां गल्लां सुणाउंदी लोरियां दिंदी सुना दिंदी है ना, फिर मेरे पातशाह जी भी तैनूं बुक्कल दे विच बिठा के ਕੰਨ ਵਿੱਚ तेरे ਸਿੱਖਿਆ ਦੇਣਗੇ, ਸੁਮੱਤ ਦੇਣਗੇ, ਤੈਨੂੰ ਚੰਗੀ ਮੱਤ ਦੇਣਗੇ। ਸਿੱਖਾ ਆ ਗੁਰੂ ਦੀ ਗੋਦ ਵਿੱਚ ਬੈਠ ਤਾਂ ਸਹੀ, ਬੈਠ ਤਾਂ ਸਹੀ। ਗੁਰੂ ਤਾਂ ਤੈਨੂੰ ਗੋਦ ਵਿੱਚ ਬਹਿ ਕੇ ਪਿਆਰ ਦੇਣਾ ਚਾਹੁੰਦਾ, ਹੁਣ ਬੈਠਣਾ ਤੈਨੂੰ ਨਹੀਂ ਆਉਂਦਾ, ਫਿਰ ਕਸੂਰ ਕਿਹਦਾ। ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਸੱਚਾ ਸਤਿਗੁਰੂ ਕੀ ਕਰੇ, ਦੱਸੋ ਕੀ ਕਰੇ ਸੱਚਾ ਸਤਿਗੁਰੂ। ਸਿੱਖਾਂ ਵਿੱਚ ਹੀ ਚੂਕ ਹੈ, ਸਿੱਖ ਹੀ ਹੋਰ ਪਾਸੇ ਭੱਜੇ ਫਿਰਦੇ ਨੇ, ਸਿੱਖ ਹੀ ਹੋਰ ਪਾਸੇ ਭੱਜੇ ਫਿਰਦੇ ਨੇ। ਸੱਚਾ ਸਤਿਗੁਰੂ ਕੀ ਕਰੇ। ਮਾਂ ਕੋਲੇ ਬੱਚਾ ਆਵੇ ਹੀ ਨਾ, ਫਿਰ ਮਾਂ ਕਰ ਵੀ ਕੀ ਸਕਦੀ ਆ, ਕਰ ਸਕਦੀ ਆ ਕੁਝ। ਬਾਪ ਦੀ ਬੁੱਕਲ ਛੱਡ ਕੇ ਹੋਰਾਂ ਦੀਆਂ ਬੁੱਕਲਾਂ ਵਿੱਚ ਜਾ ਜਾ ਕੇ ਬੈਠੀ ਜਾਵੇ ਪੁੱਤ, ਫਿਰ ਬਾਪ ਕੀ ਦੇਵੇਗਾ, ਕੀ ਕਰੇਗਾ ਬਾਪ, ਕੁਝ ਵੀ ਨਹੀਂ। ਫਿਰ ਇੱਥੇ ਧਾਰਮਿਕ ਦੁਨੀਆ ਦੇ ਵਿੱਚ ਇੱਥੇ ਜੂਣ ਦੇ ਵਿੱਚੋਂ ਬੇਦਖਲ, ਮਨੁੱਖਾ ਜੂਣ ਦੀ ਤੂੰ ਕਦਰ ਨਹੀਂ ਕੀਤੀ, ਤੈਨੂੰ ਬੇਦਖਲ ਕਰ ਦਿੱਤਾ। ਉਧਰ ਦੂਜੇ ਪਾਸੇ ਤੂੰ ਬਾਪ ਦੀ ਕਦਰ ਨਹੀਂ ਕੀਤੀ, ਬਾਪ ਦੀ ਜਾਇਦਾਦ ਦੀ, ਤੈਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ। ਭਟਕਦਾ ਫਿਰ ਉਧਰ ਵੀ ਭਟਕਦਾ, ਫਿਰ ਉਧਰ ਵੀ ਅਖਬਾਰਾਂ ਵਿੱਚ ਆ ਜਾਂਦਾ ਫਿਰ ਤਾਂ ਵੀ ਇਹ ਰਿਸ਼ਤੇਦਾਰ ਦਿੱਤਾ ਗਿਆ ਆਪੇ ਜ਼ਿੰਮੇਵਾਰ ਨੇ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਕੋਈ ਵੀ ਰਿਸ਼ਤੇਦਾਰ ਸਾਡੇ ਕਰਕੇ ਦੇ ਨਾਲ ਸੰਪਰਕ ਨਾ ਰੱਖੇ, ਵਰਤੇ ਨਾ। ਆਹੀ ਕੁਝ ਹੁੰਦਾ ਅਖਬਾਰਾਂ ਦੇ ਵਿੱਚ। ਬਸ ਇੱਥੇ ਵੀ ਮਨੁੱਖਾ ਜੂਣ ਤੋਂ ਤੂੰ ਬੇਦਖਲ ਹੋ ਗਿਆ, ਮਨੁੱਖਾ ਜੂਣ ਤੋਂ ਗਿਆ, ਖੁੰਝ ਗਿਆ ਤੇਰਾ ਸਮਾਂ। ਫਿਰ ਪਤਾ ਨਹੀਂ ਕਿੰਨੀਆਂ ਜੂਨਾਂ ਕਿੱਧਰੋਂ ਭੁਗਤੇਗਾ, ਕਿੱਧਰ ਫਿਰੇਗਾ, ਕਿਹੜਾ ਕੀੜਾ ਬਣੇਗਾ, ਕਿਹੜਾ ਜਾਨਵਰ ਬਣੇਗਾ, ਕੋਈ ਪਤਾ ਨਹੀਂ। ਨਾਨਾ ਪਾਤਸ਼ਾਹ ਜੀ ਕਹਿੰਦੇ ਇੱਦਾਂ ਨਾ ਕਰ, ਗੁਰੂ ਦੀ ਗੋਦ ਵਿੱਚ ਆ ਜਾ, ਗੁਰੂ ਸਮੱਤ ਦੇ ਦੂ, ਤੈਨੂੰ ਜਿਉਣ ਦੀ ਸ਼ਕਤੀ ਦੇ ਦੂ। ਗੁਰ ਮਿਲ ਚੱਜ ਆਚਾਰ ਸਿੱਖ, ਤੈਨੂੰ ਗੁਰੂ ਚੱਜ ਸਿਖਾ ਦੂ ਜਿਉਣ ਦਾ। ਤੁਧ ਕਦੇ ਨਾ ਲੱਗਾ ਦੁੱਖ, ਤੈਨੂੰ ਜ਼ਿੰਦਗੀ ਵਿੱਚ ਦੁੱਖ ਨਹੀਂ ਲੱਗੂ, ਗੁਰੂ ਦੀ ਗੱਲ ਜਦੋਂ ਮੰਨ ਕੇ ਚੱਲ ਪਿਆ। ਪਾਤਸ਼ਾਹ ਜੀ ਫਿਰ ਕਿਰਪਾ ਕਰਨਗੇ। ਤਾਕੋ ਕੋਈ ਅਪਰ ਨਾ ਸਕੈ, ਜਾ ਕੀ ਭਗਤ ਮੇਰਾ ਪ੍ਰਭ ਮੰਨੈ। ਜਿਹਦੀ ਮੇਰੇ ਪ੍ਰਮਾਤਮਾ ਜੀ ਨੇ ਭਗਤੀ ਨੂੰ ਮੰਨ ਲਿਆ ਮਤਲਬ ਕਿ ਪ੍ਰਵਾਨ ਕਰ ਲਿਆ, ਕਹਿੰਦੇ ਉਸ ਦੇ ਬਰਾਬਰ ਹੋਰ ਦੁਨੀਆ ਦੀ ਕੋਈ ਤਾਕਤ ਪਹੁੰਚ ਨਹੀਂ ਸਕਦੀ। ਜਿਸ ਬੰਦੇ ਨੇ, ਜਿਸ ਸਿੱਖ ਨੇ, ਜਿਸ ਭਗਤ ਨੇ ਗੁਰੂ ਦੀ ਭਗਤੀ ਕਮਾ ਲਈ ਗੁਰਬਾਣੀ ਦੇ ਮੁਤਾਬਕ, ਕਹਿੰਦੇ ਪਰਮਾਤਮਾ ਉਹਦੇ ਤੇ ਕਿਰਪਾ ਕਰ ਦਿੰਦਾ। ਕੈਸੀ ਕਿਰਪਾ ਕਰਦਾ? ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਦੁਨੀਆ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਪਾਵਰ ਕੋਲੇ ਰੱਖਣ ਵਾਲਾ ਵੀ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ, ਬਰਾਬਰ ਨਹੀਂ ਪਹੁੰਚ ਸਕਦਾ। ਨਾ ਨਾ ਨਾ, ਇੱਥੇ ਗਦਾਰਾਂ ਦੀਆਂ ਲਿਸਟਾਂ ਬੜੀਆਂ ਨੇ, ਪਰ ਜਿਹੜੇ ਸਰਦਾਰ ਹੋ ਕੇ ਜਿਉਏ ਨੇ, ਸਰਦਾਰ ਹੋ ਕੇ ਮਰੇ ਨੇ, ਉਹਨਾਂ ਸਰਦਾਰਾਂ ਦੀ ਕੁਰਬਾਨੀ ਦੇ ਬਰਾਬਰ ਅੱਜ ਤੱਕ ਜਾ ਵੀ ਕੋਈ ਨਹੀਂ ਸਕਿਆ, ਜਾ ਵੀ ਕੋਈ ਨਹੀਂ ਸਕਿਆ। ਇਹ ਮੇਰਾ ਪਾਤਸ਼ਾਹ ਇੰਨੀ ਕਿਰਪਾ ਕਰ ਦਿੰਦਾ। ਹਰ ਕੇ ਚੋਜ ਵਿਡਾਣ ਦੇਖ ਜਨ, ਜੋ ਖੋਟਾ ਖਰਾ ਇੱਕ ਨਿਮਖ ਪਛਾਣੇ। ਮੇਰੇ ਪਾਤਸ਼ਾਹ ਜੀ ਦਾ ਇਹ ਚੋਜ ਹੈ, ਜਿਹੜਾ ਖੋਟਾ ਤੇ ਖਰਾ ਇੱਕ ਨਿਮਖ ਛਿਨ ਮਾਤਰ ਵਿੱਚ ਪਛਾਣ ਲੈਂਦਾ ਵੀ ਆਹ ਖੋਟਾ ਹੈ ਕਿ ਖਰਾ ਹੈ, ਆਹ ਚੰਗਾ ਹੈ ਕਿ ਮਾੜਾ ਹੈ। ਇੱਥੇ ਬੰਦਿਆਂ ਨੂੰ ਪਹਿਚਾਣ ਨਹੀਂ ਆਉਂਦੀ, ਇੱਥੇ ਨਕਲੀ ਸਭ ਕੁਝ ਆ ਰਿਹਾ, ਨਕਲੀ ਸਭ ਕੁਝ ਆ ਰਿਹਾ, ਨਕਲੀ ਦੇ ਵਿੱਚ ਉਲਝਦੀ ਜਾ ਰਹੀ ਹੈ ਦੁਨੀਆ, ਅਸਲੀ ਨਹੀਂ ਛੱਡ ਗਈ। ਤਾਤੇ ਜਨ ਕੋ ਆਨੰਦ ਭਇਆ ਹੈ, ਰਿੱਧ ਸੁੱਧ ਮਿਲੇ ਖੋਟੇ ਪਛਤਾਨੇ। ਪਾਤਸ਼ਾਹ ਜੀ ਦੇ ਦਰ ਉੱਤੇ ਆ ਕੇ ਉਹਨਾਂ ਸੇਵਕਾਂ ਨੂੰ, ਭਗਤਾਂ ਨੂੰ, ਜਨਾਂ ਨੂੰ, ਸਿੱਖਾਂ ਨੂੰ ਆਨੰਦ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਅੰਦਰ ਹਿਰਦੇ ਦੇ ਵਿੱਚ ਸੁੱਧ ਪੈਦਾ ਕਰ ਲਈ, ਮਿਲ ਗਏ। ਖੋਟੇ ਪਛਤਾਨੇ, ਜਿਹੜੇ ਖੋਟੇ ਹੋ ਗਏ ਉਹ ਪਛਤਾ ਰਹੇ ਨੇ, ਜਿਹੜੇ ਖੋਟੇ ਨਿਕਲ ਗਏ ਉਹ ਪਛਤਾ ਰਹੇ ਨੇ। ਹੁਣ ਕੋਈ ਹੱਲ ਨਹੀਂ। ਤੁਮ ਹਰ ਦਾਤੇ ਸਮਰੱਥ ਸੁਆਮੀ, ਇੱਕ ਮੰਗੋ ਤੁਝ ਪਾਸੋਂ ਹਰ ਦਾਨੈ। ਹੇ ਮੇਰੇ ਮਾਲਕ ਜੀ, ਤੂੰ ਹੀ ਸਭ ਦਾਤਾ ਹੈ, ਦਾਤਾਂ ਦੇਣ ਵਾਲਾ। ਤੇ ਇੱਥੋਂ ਇੱਕ ਦਾਨ ਮੰਗ ਰਿਹਾ, ਪਾਤਸ਼ਾਹ ਜੀ ਤੁਸੀਂ ਦੇਵੋ ਮੈਨੂੰ ਇੱਕ ਦਾਨ ਐਸਾ। ਜਨ ਨਾਨਕ ਕਹੋ ਹਰ ਕਿਰਪਾ ਕਰ ਦੀਜੈ, ਸਦ ਵਸੈ ਹਿਰਦੈ ਮੋਹੇ ਹਰ ਚਰਾਨੇ। ਪਾਤਸ਼ਾਹ ਜੀ ਤੇਰੀ ਯਾਦ ਹਮੇਸ਼ਾ ਮੇਰੇ ਹਿਰਦੇ ਵਿੱਚ ਵਸਦੀ ਰਹੇ, ਆਹ ਦਾਨ ਮੈਨੂੰ ਦੇ ਦੇਵੋ। ਮੰਗਣਾ ਮੰਗਣ ਨੀਤਾ ਹਰ ਜਸ ਗੁਰ ਤੇ ਮੰਗਣਾ। ਇੱਥੇ ਸ਼ਬਦ ਦੀ ਵਿਚਾਰ ਸਮਾਪਤ। ਸਤਿਗੁਰੂ ਦੇ ਦਰ ਉੱਤੇ ਆਪਾਂ ਵੀ ਬੇਨਤੀ ਕਰੀਏ, ਪਾਤਸ਼ਾਹ ਜੀ
ਸਾਨੂੰ ਵੀ ਨਾਮ ਦੇ ਦੇਵੋ, ਉਹ ਨਾਮ ਦੇਵੋ ਜਿਹੜਾ ਕਦੇ ਸਾਨੂੰ ਜ਼ਿੰਦਗੀ ਵਿੱਚ ਵਿਸਰੇ ਨਾ। ਆਓ ਦਾਨ ਮੰਗ ਲਈਏ ਪਾਤਸ਼ਾਹ ਜੀ ਦੇ ਦਰ ਤੋਂ। ਇੱਕ ਦੋ ਬੇਨਤੀਆਂ, ਸਮਾਂ ਥੋੜ੍ਹਾ ਵਧੇਕ, ਮਾਫ਼ੀ ਚਾਹੁੰਦਾ। ਸਤਿਗੁਰੂ ਕਿਰਪਾ ਕਰਨ, ਆਪ ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁਲ ਭਟਾਵਾਂ, ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਹੋਵਣ, ਪ੍ਰਵਾਨ ਹੋਵਣ। ਸਤਿਗੁਰੂ ਫਿਰ ਕਿਰਪਾ ਕਰਨਗੇ ਸਾਡੇ ਉੱਤੇ ਵੀ, ਸਾਨੂੰ ਵੀ ਨਾਮ ਦੀ ਦਾਤ ਬਖਸ਼ਣਗੇ। ਆਓ ਰਲ ਮਿਲ ਕੇ ਨਾਮ ਦੀ ਦਾਤ ਗੁਰੂ ਪਾਸੋਂ ਮੰਗੀਏ, ਉੱਚੀ ਆਵਾਜ਼ ਵਿੱਚ ਪੜ੍ਹੀਏ, ਸਤਿਗੁਰੂ ਕਿਰਪਾ ਕਰਨਗੇ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਏਹੋ, ਨਾਨਕ ਚਾਓ